ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਗਜ ਬੰਦਨ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬੇਗਨਨ ਕੇ ਬੇਗਨਨ ਹਰ ਗੋਬਿੰਦ ਸ਼ੁਭ ਮਤ ਆਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਕਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਾਵਨ ਕਵੀ ਹਜ਼ੂਰ ਗੁਰ ਰਹਿਤ ਸਦਾ ਹੀ ਪਾਸ। ਆਵੈ ਜਾਹੇ ਅਨੇਕ ਹੀ ਕਹਿ ਜਸ ਲੈ ਧਨ ਰਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋਗੋ ਜੋਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਜੁੜ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ। ਵਡਭਾਗੀ ਹੋ ਗੁਰੂ ਚਰਨਾਂ 'ਚ ਜੁੜ ਕੇ ਸਾਹਿਬੇ ਕਮਾਲ ਗੁਰੂ ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਮਨਾਉਣਾ ਕਰ ਰਹੇ। ਅੱਜ ਦੇ ਦਿਨ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ 5 ਪੈਸੇ ਨਾਰੀਅਲ ਗੁਰੂ ਪਾਤਸ਼ਾਹ ਜੀ ਨੂੰ ਭੇਟਾ ਕਰਦਿਆਂ ਦਿੱਲੀ ਵਿੱਚ ਗੁਰਤਾ ਗੱਦੀ ਦਿੱਤੀ। ਔਰ ਆਖਿਆ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਾਡੇ ਵੱਲੋਂ 5 ਪੈਸੇ ਨਾਰੀਅਲ ਰੱਖ ਕੇ ਭੇਟ ਕਰ ਦਿਓ। ਔਰ ਗੁਰੂ ਕੀ ਸਾਜੀ ਨਵਾਜੀ ਸੰਗਤ ਨੂੰ ਸਾਡਾ ਹੁਕਮ ਸੁਣਾ ਦਿਓ ਕਿ ਸਾਡਾ ਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹਨ।
ਇਹਨਾਂ ਵਿੱਚ ਤੇ ਸਾਡੇ 'ਚ ਕਿਸੇ ਨੇ ਸਿੱਖ ਨੇ ਭੇਦ ਨਹੀਂ ਜਾਣਨਾ। ਗੁਰਤਾ ਗੱਦੀ ਦਿਵਸ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦਾ ਅੱਜ ਹੈ। ਉਹਨਾਂ ਦੀ ਹੀ ਪਾਵਨ ਅੰਮ੍ਰਿਤ ਕਥਾ ਆਪ ਜੀ ਸਰਵਣ ਕਰ ਰਹੇ। ਗੁਰਦੇਵ ਦੇ 52 ਕਵੀ ਸਤਿਗੁਰਾਂ ਦੇ ਦਰਬਾਰ ਵਿੱਚ ਕਲਗੀਧਰ ਜੀ ਦੀ ਸਿਫਤ ਗਾਇਨ ਕਰ ਰਹੇ ਨੇ, ਸਤਿਗੁਰਾਂ ਦੀ ਵਡਿਆਈ ਕਥਨ ਕਰ ਰਹੇ ਨੇ। ਬੜੇ ਸੋਹਣੇ ਛੰਦ ਕਵੀ ਹੰਸ ਰਾਮ ਜੀ, ਕਵੀ ਆਲਮ ਜੀ ਔਰ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੀ ਉਪਮਾ ਵਿੱਚ ਕਹੇ ਹਨ। ਗੁਰਦੇਵ ਦੀ ਵਡਿਆਈ ਕਰਦਿਆਂ ਕਿ ਗੁਰਨ ਮੈਂ ਐਸੇ ਗੁਰੂ ਗੋਬਿੰਦ ਕਹਾਏ ਹੈ, ਸੁੰਦਰ ਅਨੰਗ ਕਿਦੋਂ ਚਪਲ ਕੁਰੰਗ ਸਮ ਗਰੁਰ ਕੇ ਸੰਗ ਚੱਲ, आगे ही के चेत हैं पवन को पाछे कर, मन को गवन हर, दौर में न पलक माहे फांद जाहे सेत हैं। ਇਹੋ ਜਿਹੇ ਸੋਹਣੇ ਘੋੜੇ ਸਤਿਗੁਰੂ ਜੀ ਆਪਣੇ ਸੇਵਕਾਂ ਨੂੰ ਬਖਸ਼ਦੇ। ਕੌਣ ਰਹਿ ਠਾਂਡੋ ਸ਼੍ਰੀ ਗੋਬਿੰਦ ਸਿੰਘ ਆਪ ਆਗੇ, ਜਲ ਥਲ ਉਥਲ ਪਥਲ ਹੋਏ ਥਲ ਥਲ, ਭਾਜੈ ਬਿਨ ਦੇਰ ਨੇਰ ਕਰੈ ਨਾ ਸੰਤੋਖ ਸਿੰਘ, ਹੇਰ ਸ਼ਮਸ਼ੇਰ ਸਮਸ਼ੇਰ ਤੇਰੀ ਪਲ ਪਲ। ਸਤਿਗੁਰਾਂ ਦੀ ਸ਼ਮਸ਼ੀਰ ਦੀ ਸੋਭਾ। ਆਓ ਗੁਰਦੇਵ ਦੇ ਕਵੀਆਂ ਦਾ ਦਰਬਾਰ ਹੈ, ਆਪਾਂ ਹਾਜ਼ਰੀਆਂ ਭਰਨੀਆਂ ਹਨ ਮਹਾਰਾਜ ਜੀ ਦੇ ਚਰਨਾਂ ਵਿੱਚ। ਸਾਹਿਬ ਦੇ ਇਸ ਕਵੀ ਦਰਬਾਰ ਵਿੱਚ ਗੁਰਦੇਵ ਦੀ ਉਪਮਾ ਨੂੰ ਸਰਵਣ ਕਰਨਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੋ। ਕਲਗੀਧਰ ਸਵਾਮੀ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ 52 ਕਵੀ ਹਜ਼ੂਰ ਗੁਰ, ਰਹਿਤ ਸਦਾ ਹੀ ਪਾਸ। 52 ਦਾ ਮਤਲਬ ਹੁੰਦਾ 52। 52 ਕਵੀ ਮਹਾਰਾਜ ਜੀ ਦੇ ਹਜ਼ੂਰ ਰਹਿੰਦੇ ਕਲਗੀਧਰ ਜੀ ਦੇ ਪਾਸ, ਔਰ ਸਦਾ ਹੀ ਰਹਿੰਦੇ ਨੇ। ਸ੍ਰੀ ਅਨੰਦਪੁਰ ਸਾਹਿਬ ਚ ਮਹਾਰਾਜ ਜੀ ਦੀ ਸੰਗਤ ਮਾਣਦੇ ਹਨ। ਆਵੇ ਜਾਹੇ ਅਨੇਕ ਹੀ, ਕਹਿ ਜਸ ਲੈ ਧਨ ਰਾਸ। ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਵੀ ਆਉਂਦੇ ਜਾਂਦੇ ਰਹਿੰਦੇ ਨੇ ਸਤਿਗੁਰਾਂ ਦੇ ਚਰਨਾਂ 'ਚ, ਮਹਾਰਾਜ ਜੀ ਦਾ ਜਸ ਕਰਦੇ ਨੇ, ਸਤਿਗੁਰਾਂ ਦੀ ਸੋਭਾ ਕਰਦੇ ਨੇ, ਔਰ ਬਦਲੇ ਵਿੱਚ ਮਹਾਰਾਜ ਜੀ ਦੇ ਖਜ਼ਾਨੇ 'ਚੋਂ ਬੇਅੰਤ ਮਾਇਆ ਪ੍ਰਾਪਤ ਕਰਦੇ ਨੇ। ਕਵੀ ਜਨ ਹਨ ਤੋ ਕਵੀ ਜਨਾਂ ਦੀ ਰੋਜੀ ਰੋਟੀ ਦਾ ਸਾਧਨ ਇਹੀ ਹੈ ਗੁਰੂ ਸਾਹਿਬ ਦੀ ਕਵਿਤਾ ਕਹਿਣੀ, ਔਰ ਉਸ ਕਵਿਤਾ ਵਿੱਚ ਗੁਰੂ ਸਾਹਿਬ ਦੀ ਉਪਮਾ ਵਰਣਨ ਕਰਕੇ ਸਰਵਣ ਕਰਾਉਣੀ, ਬਦਲੇ ਜੋ ਪ੍ਰਾਪਤ ਹੋਣਾ ਉਹਦੇ ਨਾਲ ਆਪਣੇ ਪਰਿਵਾਰ ਦਾ ਨਿਰਵਾਹ ਕਰਨਾ। ਤੋ ਸਤਿਗੁਰਾਂ ਦੇ ਪਾਸ ਆ ਕੇ ਕਵੀ ਮਹਾਰਾਜ ਜੀ ਦਾ ਜਸ ਕਰਦੇ ਨੇ, ਔਰ ਗੁਰਦੇਵ ਪਾਸੋਂ ਧਨ ਪ੍ਰਾਪਤ ਕਰਕੇ ਪਰਤਦੇ ਹਨ। ਤਿੰਨ ਕਵੀਆਂ ਬਾਣੀ ਰਚੀ, ਲਿਖ ਕਾਗਦ ਤੁਲਵਾਏ। ਜਦੋਂ ਉਹਨਾਂ ਕਵੀਆਂ ਨੇ ਬਾਣੀ ਰਚੀ, ਉਹ ਕਾਗਜ਼ਾਂ 'ਚ ਗੁਰਦੇਵ ਨੇ ਲਿਖਾਈ। ਕਵੀ ਹੰਸ ਰਾਮ ਜੀ, ਕਵੀ ਟੈਕਣ ਜੀ, ਕਵੀ ਹੰਸ ਰਾਮ ਜੀ ਪਾਸੋਂ ਗੁਰਦੇਵ ਨੇ ਮਹਾਭਾਰਤ ਦੇ ਕਰਨ ਪਰਵ ਦਾ ਅਨੁਵਾਦ ਕਰਾਇਆ। ਕਵੀ ਹੰਸ ਰਾਮ ਜੀ ਬੁੰਦੇਲਖੰਡ ਦੇ ਇਲਾਕੇ ਦੇ ਰਹਿਣ ਵਾਲੇ ਕਵੀ ਸੀ। ਇਸੇ ਤਰ੍ਹਾਂ ਕਵੀ ਟੈਕਣ ਜੀ, ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਕਵੀਆਂ ਨੂੰ ਉਹਨਾਂ ਦਿਨਾਂ ਵਿੱਚ ਸਤਿਗੁਰੂ ਜੀ ਨੇ 60 ਹਜ਼ਾਰ ਰੁਪਈਆ ਦੇ ਕੇ ਸੰਸਕ੍ਰਿਤ ਵਿੱਚ ਲਿਖੇ ਮਹਾਭਾਰਤ ਦੇ ਪਰਵਾਂ ਦਾ ਅਨੁਵਾਦ ਕਰਾਇਆ ਬ੍ਰਿਜ ਭਾਸ਼ਾ 'ਚ। ਆ ਜਿਹੜੀ ਆਪ ਜੀ ਕਥਾ ਸਰਵਣ ਕਰਦੇ ਹੋ,
ਇਹ ਭਾਸ਼ਾ ਨੂੰ ਬ੍ਰਿਜ ਭਾਸ਼ਾ ਦੀ ਕਵਿਤਾ ਕਹਿੰਦੇ ਆ, ਵੀ ਸਰਲ ਤਰੀਕੇ ਨਾਲ ਸਿੰਘਾਂ ਨੂੰ ਸਮਝ ਆ ਸਕੇ। ਕਿਉਂਕਿ ਗੁਰਦੇਵ ਆਪਣੇ ਖਾਲਸੇ ਨੂੰ ਸ਼ਾਸਤਰ ਤੇ ਸ਼ਸਤਰ ਦੋਨਾਂ ਦਾ ਧਾਰਨੀ ਬਣਾ ਕੇ ਗਏ ਨੇ। ਤੋਂ ਬਹੁਤ ਸਾਰੇ ਗ੍ਰੰਥ ਗੁਰਦੇਵ ਨੇ ਲਿਖਵਾਏ, ਆਪ ਵੀ ਬਹੁਤ ਸਾਰੀ ਬਾਣੀ ਰਚੀ। ਜਦੋਂ ਕਵੀਆਂ ਵੱਲੋਂ ਬਾਣੀ ਰਚੀ ਗਈ ਤੇ ਲਿਖ ਕੇ ਜਦੋਂ ਉਹਨਾਂ ਕਾਗਜ਼ਾਂ ਦਾ ਤੋਲ ਕੀਤਾ ਗਿਆ, ਉਹਨਾਂ ਨੂੰ ਤੋਲਿਆ ਗਿਆ। 9 ਮਣ ਹੋਏ ਤੋਲ ਮਹਿ ਸੂਖਮ ਲਿਖਤ ਲਿਖਾਏ। ਉਹਨਾਂ ਦਾ ਜਿਹੜਾ ਕੁੱਲ ਵਜਨ ਸੀ ਉਹ 9 ਮਣ ਹੋਇਆ। 9 ਮਣ ਪੱਕਾ ਵਜਨ। ਇੰਨਾ ਸਾਹਿਤ ਕਲਗੀਧਰ ਜੀ ਨੇ ਲਿਖਵਾਇਆ ਕਵੀਆਂ ਕੋਲ। ਉਹਦਾ ਜਦੋਂ ਤੋਲ ਕੀਤਾ ਗਿਆ, ਤੋਲਿਆ ਗਿਆ, ਤੇ ਉਹਦਾ ਤੋਲ 9 ਮਣ ਕੀਤਾ ਗਿਆ। ਵਿਦਿਆ ਧਰ ਤਿਸ ਗ੍ਰੰਥ ਕੋ ਨਾਮ ਧਰਿਓ ਕਰ ਪ੍ਰੀਤ। ਗੁਰਦੇਵ ਨੇ ਇਸ ਗ੍ਰੰਥ ਦਾ ਨਾਮ ਰੱਖਿਆ ਵਿਦਿਆ ਧਰ। ਵਿਦਿਆ ਧਰ ਨਾਮਕ ਇਸ ਗ੍ਰੰਥ ਦਾ ਮਹਾਰਾਜ ਜੀ ਨੇ ਨਾਮਕਰਨ ਕੀਤਾ ਬੜੇ ਪ੍ਰੇਮ ਨਾਲ, ਜਿਹਦੇ ਚ ਬੜੇ ਬੜੇ ਸੂਖਸ਼ਮ ਵਿਸ਼ੇ ਜਿਹੜੇ ਕਵੀਆਂ ਵੱਲੋਂ ਲਿਖੇ ਗਏ ਸਨ। ਨਾਨਾ ਬਿਦ ਕਵਿਤਾ ਰਚੀ ਰਖ ਰਖ 9 ਰਸ ਰੀਤ। ਨਾਨਾ ਪ੍ਰਕਾਰ ਦੀ ਕਵਿਤਾ ਕਈ ਢੰਗਾਂ ਨਾਲ ਰਚੀ ਹੋਈ ਸੀ, ਜਿਨ੍ਹਾਂ ਚ 9 ਦੇ 9 ਰਸ, ਜੋ ਕਵਿਤਾ ਦੇ 9 ਰਸ ਹੁੰਦੇ ਨੇ, ਉਹ 9 ਦੇ 9 ਰਸ ਇਸ ਕਵਿਤਾ ਦੇ ਵਿੱਚ ਰਚੇ ਹੋਏ ਨੇ। 9 ਰਸਾਂ ਦੇ ਸਹਿਤ ਕਵਿਤਾ ਰਚੀ ਹੋਈ, ਜੋ ਇਸ ਗ੍ਰੰਥ ਵਿਦਿਆ ਧਰ ਵਿੱਚ ਹੈ। ਮਚਿਓ ਜੰਗ ਗੁਰ ਸੰਗ ਵੱਡ ਰਹਿਓ ਗ੍ਰੰਥ ਸੇ ਬੀਚ। ਆ ਜਿਹੜੇ ਦਿਨ ਆਉਣੇ ਨੇ, ਜਿਨ੍ਹਾਂ ਦਿਨਾਂ ਦੇ ਵਿੱਚ ਗੁਰਦੇਵ ਨੇ ਸ੍ਰੀ ਅਨੰਦਪੁਰ ਸਾਹਿਬ ਛੱਡਿਆ, ਜੰਗਾਂ ਯੁੱਧਾਂ ਦੇ ਇਸ ਸਮੇਂ ਦੇ ਦੌਰਾਨ ਸਰਸਾ ਨਦੀ ਵਿੱਚ ਬਹੁਤ ਸਾਰਾ ਖਜ਼ਾਨਾ ਉਹ ਵਿਦਿਆ ਧਰ ਗ੍ਰੰਥ ਦਾ ਰੁੜ ਗਿਆ। ਬਹੁਤ ਸਾਰੇ ਜਿਹੜੇ ਸੰਚੇ ਸਨ, ਵਿੱਚੋਂ ਸੈਂਚੀਆਂ ਵੱਖੋ ਵੱਖਰੀਆਂ, ਉਹ ਉੱਥੇ ਕੁਝ ਦੁਸ਼ਮਣਾਂ ਦੇ ਹੱਥ ਲੱਗ ਗਈਆਂ, ਕੁਝ ਅਗਨ ਭੇਟ ਹੋ ਗਈਆਂ। ਏਦਾਂ ਇਹ ਬੜਾ ਵੱਡਾ ਨੁਕਸਾਨ ਉਸ ਵੇਲੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਇਆ। ਨਿਕਸੇ ਆਨੰਦਪੁਰ ਤਜਿਓ ਲੂਟਿਓ ਪੁਨ ਬਿਲ ਨੀਚ। ਸਤਿਗੁਰੂ ਜੀ ਜਦੋਂ ਅਨੰਦਪੁਰ ਸਾਹਿਬ ਤੋਂ ਚੱਲੇ ਨੇ 6 ਤੇ 7 ਪੌ ਦੀ ਵਿਚਾਲੀ ਰਾਤ ਨੂੰ, ਤਾਂ ਇਹਨਾਂ ਨੀਚਾਂ ਨੇ ਆ ਕੇ ਅਨੰਦਪੁਰ ਸਾਹਿਬ ਲੁੱਟਿਆ। ਕੁਝ ਸਰਸਾ ਨਦੀ ਦੀ ਭੇਟ ਹੋ ਗਿਆ ਜਿਹੜਾ ਨਾਲ ਲੈ ਕੇ, ਕੁਝ ਜਿਹੜਾ ਛੱਡ ਗਏ ਸਨ ਉਹ ਵੀ ਨੀਚ ਲੁੱਟ ਕੇ ਲੈ ਗਏ। ਉਹਨਾਂ ਨੀਚਾਂ ਨੇ ਉਹ ਵੀ ਮਾੜੀ ਹਰਕਤ ਕੀਤੀ ਤੇ ਲੁੱਟ ਖਸੁੱਟ ਦੇ ਵਿੱਚ ਉਹ ਬਹੁਤ ਸਾਰੇ ਗ੍ਰੰਥ ਜਿਹੜੇ ਕਵੀਆਂ ਵੱਲੋਂ ਗੁਰਦੇਵ ਨੇ ਲਿਖਵਾਏ ਸਨ ਉਹ ਲੁੱਟੇ ਗਏ। ਪ੍ਰਥਕ ਪ੍ਰਥਕ ਪੱਤਰੇ ਹੁਤੇ ਲੁੱਟਿਓ ਸੋ ਗ੍ਰੰਥ ਬਖੇਰ। ਹਾਲੇ ਗ੍ਰੰਥ ਇਕੱਠਾ ਨਹੀਂ ਸੀ ਕੀਤਾ, ਵੱਖਰੇ ਵੱਖਰੇ ਪੱਤਰੇ ਸੀ, ਉਹਨੂੰ ਜਿਲਦ ਵਿੱਚ ਨਹੀਂ ਸੀ ਬੰਨਿਆ ਹੋਇਆ। ਤੋਂ ਵੱਖੋ ਵੱਖਰੇ ਪੱਤਰੇ ਹੋਣ ਕਰਕੇ ਉਹ ਪੱਤਰੇ ਜਿਹੜੇ ਸਨ ਕੁਝ ਫਾੜ ਦਿੱਤੇ ਗਏ, ਕੁਝ ਸਾੜ ਦਿੱਤੇ ਗਏ, ਕੁਝ ਉਹ ਲੁੱਟ ਕੇ ਲੈ ਗਏ। ਇੱਕ ਥਲ ਰਹਿਓ ਨਾ ਇਮ ਗਇਓ ਜਿਸ ਤੇ ਮਿਲਿਓ ਨਾ ਫੇਰ। ਕਹਿੰਦੇ ਇੱਕ ਜਗ੍ਹਾ ਦੇ ਉੱਤੇ ਉਹ ਇਕੱਠਾ ਨਹੀਂ ਰਹਿ ਸਕਿਆ, ਜਿਸ ਕਰਕੇ ਦੁਬਾਰਾ ਉਹ ਮਿਲ ਨਹੀਂ ਸਕਿਆ। ਕੁਝ ਪਹਾੜੀਏ ਲੈ ਗਏ, ਕੁਝ ਸੜ ਗਿਆ, ਕੁਝ ਸਰਸਾ ਨਦੀ ਦੀ ਭੇਟ ਹੋ ਗਿਆ। ਤੋ ਇਸ ਪ੍ਰਕਾਰ ਨਾਲ ਕਹਿੰਦੇ ਉਹ ਬੜਾ ਵੱਡਾ ਖਜ਼ਾਨਾ ਜਿਹੜਾ ਉਸ ਵੇਲੇ ਆਨੰਦਪੁਰ ਸਾਹਿਬ ਦੀ ਜੰਗ ਦੇ ਦੌਰਾਨ ਲੁੱਟਿਆ ਗਿਆ, ਉਹ ਸਾਰਾ ਮੁੜ ਕੇ ਪ੍ਰਾਪਤ ਨਹੀਂ ਹੋ ਸਕਿਆ। 62 ਪੱਤਰੇ ਕਹੂੰ ਤੇ ਰਹੇ ਆਨੰਦਪੁਰ ਮਾਹੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਹੱਥ 62 ਪੱਤਰੇ ਲੱਗੇ। 2 ਅੰਗਾਂ ਦਾ ਇੱਕ ਪੱਤਰਾ ਹੁੰਦਾ ਹੈ, ਸੱਜੇ ਖੱਬੇ 2 ਪਾਸਿਆਂ ਦਾ ਇੱਕ ਪੱਤਰਾ ਹੁੰਦਾ ਹੈ। 62 ਪੱਤਰੇ ਭਾਈ ਸਾਹਿਬ ਕਹਿੰਦੇ ਕਿਸੇ ਤਰੀਕੇ ਆਨੰਦਪੁਰ ਸਾਹਿਬ ਚੋਂ ਮੈਨੂੰ ਮਿਲੇ। ਜਿਹੜੇ ਆ ਛੰਦ ਤੁਸੀਂ ਪਿੱਛੇ ਸੁਣੇ ਨੇ ਜਾਂ ਜਿਹੜੇ ਅੱਗੇ ਆਉਣੇ ਨੇ, ਕਿ ਉਹਨਾਂ ਦੇ ਵਿੱਚ ਹੀ ਸਨ। ਉਹ 62 ਪੱਤਰੇ ਭਾਈ ਸਾਹਿਬ ਜੀ ਕਹਿੰਦੇ ਸ੍ਰੀ ਅਨੰਦਪੁਰ ਸਾਹਿਬ ਚੋਂ ਮੈਨੂੰ ਕਿਸੇ ਤਰੀਕੇ ਪ੍ਰਾਪਤ ਹੋਏ। ਤਿੰਨ ਤੇ ਲਿਖੇ ਕਬਿਤ ਇਹੋ। ਉਸ 62 ਪੱਤਰਿਆਂ ਦੇ ਵਿੱਚੋਂ ਜਿਹੜੇ ਆ ਕਬਿਤ ਨੇ ਗੁਰੂ ਕਲਗੀਧਰ ਜੀ ਦੀ ਸਿਫਤ ਦੇ, ਉਹ ਮੈਂ ਲਿਖੇ ਹਨ। ਗੁਰ ਜਸ ਬਰਨਿਓ ਜਾਹੇ। ਜਿਨ੍ਹਾਂ ਵਿੱਚ ਗੁਰੂ ਕਲਗੀਧਰ ਜੀ ਦਾ ਜਸ, ਸਤਿਗੁਰਾਂ ਦੀ ਸੋਭਾ ਵਰਣਨ ਕੀਤੀ ਗਈ ਹੈ।
केतिक लिखो आगे अवर सुन श्रोता चित लाए। ਇਹ ਸਰੋਤਾ ਜਨੋ, ਇਹਦੇ ਤੋਂ ਅੱਗੇ ਵੀ ਮੈਂ ਕੁਝ ਲਿਖਦਾ ਕਬਿਤ ਗੁਰੂ ਸਾਹਿਬ ਦੀ ਸਿਫਤ ਦੇ। ਤੁਸੀਂ ਧਿਆਨ ਨਾਲ, ਗਉ ਨਾਲ, ਪ੍ਰੇਮ ਨਾਲ ਸਰਵਣ ਕਰੋ। गुर जस ते उचट हो नहीं चतुर पदार्थ दाए। ਗੁਰੂ ਪਾਤਸ਼ਾਹ ਜੀ ਦਾ ਜਸ ਸੁਣਦਿਆਂ ਕਦੇ ਉਪਰਾਮ ਨਹੀਂ ਹੋਣਾ ਵੀ ਬਹੁਤ ਸੁਣ ਲਿਆ। ਆਖੋ ਸਤਨਾਮ श्री वाहिगुरु। ਗੁਰੂ ਪਾਤਸ਼ਾਹ ਦੀ ਸੋਭਾ ਸੁਣਦਿਆਂ ਕਦੇ ਉਚਾਟ ਨਹੀਂ ਹੋਣਾ, ਉਦਾਸ ਨਹੀਂ ਹੋਣਾ ਵੀ ਬਹੁਤ ਸੁਣ ਲਿਆ। ਕਿਉਂ? ਕਿਉਂਕਿ ਜਿਤਨਾ ਗੁਰੂ ਕਾ ਜਸ ਸੁਣੋਗੇ, ਭਾਈ ਸਾਹਿਬ ਕਹਿੰਦੇ ਗੁਰੂ ਕਾ ਜਸ ਸੁਣਦਿਆਂ ਤੁਹਾਨੂੰ ਚਾਰੋਂ ਪਦਾਰਥ ਪ੍ਰਾਪਤ ਹੋਣਗੇ। ਇਹ ਗੱਲ ਮਹਾਕਵੀ ਭਾਈ ਸੰਤੋਖ ਸਿੰਘ ਜੀ ਦਾਅਵੇ ਨਾਲ ਲਿਖਦੇ ਨੇ ਕਿ ਗੁਰੂ ਸਾਹਿਬ ਜੀ ਦਾ ਜਸ, ਗੁਰੂ ਸਾਹਿਬ ਜੀ ਦੀ ਕਥਾ ਜਿਹੜਾ ਵੀ ਮਾਈ ਭਾਈ ਸੁਣੇਗਾ ਚਾਅ ਨਾਲ, ਖੁਸ਼ੀ ਨਾਲ, ਔਰ ਕਦੇ ਉਚਾਟ ਨਹੀਂ ਹੋਵੇਗਾ। ਭਾਈ ਸਾਹਿਬ ਕਹਿੰਦੇ ਉਹਨੂੰ ਚਾਰੇ ਪਦਾਰਥ ਪ੍ਰਾਪਤ ਹੋਣਗੇ। ਇਹ ਗੁਰੂ ਸਾਹਿਬ ਦੀ ਕਥਾ ਹੈ, ਪਰਮੇਸ਼ਰ ਦੀ ਕਥਾ ਹੈ। ਇਸ ਕਥਾ ਨੂੰ ਸਰਵਣ ਕਰਕੇ ਸਾਰੀਆਂ ਕਾਮਨਾਵਾਂ ਪੂਰਨ ਹੁੰਦੀਆਂ। ਇਦਾਂ ਕਹਿ ਸਕਦੇ ਆ ਇਹ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ, ਇਲਾਜ ਹੈ। ਇਸ ਕਰਕੇ ਗੁਰੂ ਕਾ ਜਸ ਸੁਣਦਿਆਂ ਕਦੇ ਉਚਾਟ ਨਹੀਂ ਹੋਣਾ। ਸਿੱਖਾਂ ਅੰਦਰ ਤਾਂ ਸੁਣ ਸੁਣ ਕੇ ਹੋਰ ਚਾਅ ਪੈਦਾ ਹੁੰਦਾ, ਹੋਰ ਸੁਣੀਏ, ਹੋਰ ਸੁਣੀਏ। ਮੈਨੂੰ ਕਈ ਸਿੰਘ ਕਹਿੰਦੇ ਗਿਆਨੀ ਜੀ 1 ਘੰਟਾ ਟਾਈਮ ਥੋੜਾ ਨਹੀਂ ਹੁੰਦਾ ਕਥਾ ਦਾ, 1 ਘੰਟਾ ਹੋਰ ਕਰ ਲਿਆ ਕਰੀਏ। ਮੈਂ ਬੇਨਤੀ ਕਰਦਾ ਹੁੰਨਾ ਭਾਵੇਂ 4 ਘੰਟੇ ਵੀ ਕਰੀ ਜਾਈਏ, ਸੁਣੀ ਜਾਈਏ, ਫਿਰ ਵੀ ਥੋੜਾ ਹੀ ਲੱਗਣਾ। ਜਿਹੜੇ ਚਾਅ ਵਾਲੇ ਸਿੱਖ ਨੇ, ਜਿਨ੍ਹਾਂ ਅੰਦਰ ਗੁਰੂ ਸਾਹਿਬ ਦੀ ਕਥਾ ਸੁਣਨ ਦਾ ਚਾਅ ਹੈ, ਉਹਨਾਂ ਦਾ ਮਨ ਉਚਾਟ ਨਹੀਂ ਹੁੰਦਾ। ਫਿਰ ਉਹਨਾਂ ਨੂੰ ਚਾਰੇ ਪਦਾਰਥ ਪ੍ਰਾਪਤ ਹੁੰਦੇ ਆ। ਭਾਈ ਸਾਹਿਬ ਦੱਸਦੇ ਇੱਥੇ। ਹਾਂਜੀ, कबित ਸੁਣੋ ਕਲਗੀਧਰ ਦੀ ਨਗਰੀ ਆਨੰਦਪੁਰ ਸਾਹਿਬ ਦੀ ਸੋਭਾ। ਲੈ ਚਲੋ ਆਪਣਾ ਧਿਆਨ ਬਾਜਾਂ ਵਾਲੇ ਪ੍ਰੀਤਮ ਦੀ ਪਵਿੱਤਰ ਨਗਰੀ, ਖਾਲਸੇ ਦੀ ਜਨਮ ਭੂਮੀ, ਖਾਲਸੇ ਰਾਜ ਦੀ ਰਾਜਧਾਨੀ ਸ੍ਰੀ ਆਨੰਦਪੁਰ ਸਾਹਿਬ। ਹਾਂਜੀ, आनंद दा वाजा नित वजदा आनंदपुर। ਇਹ ਛੰਦ ਮੈਨੂੰ ਬੜਾ ਪਿਆਰਾ ਲੱਗਦਾ ਕਿਉਂਕਿ ਠੇਠ ਪੰਜਾਬੀ 'ਚ ਲਿਖਿਆ। ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ। ਆਹਾ, ਆਨੰਦ ਦਾ ਵਾਜਾ ਵੱਜਦਾ ਆਨੰਦਪੁਰ ਸਾਹਿਬ ਵਿੱਚ। ਕਲਗੀਧਰ ਪਾਤਸ਼ਾਹ ਦੇ ਪਾਵਨ ਨਗਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਆਨੰਦ ਦਾ ਵਾਜਾ। ਵਾਜੇ ਦਾ ਮਤਲਬ ਹੁੰਦਾ ਖੁਸ਼ੀ ਦਾ ਨਾਦ। ਆਨੰਦ ਦਾ ਵਾਜਾ ਆਨੰਦਪੁਰ ਸਾਹਿਬ ਵਿੱਚ ਵੱਜਦਾ ਹੈ। ਸੁਣ ਸੁਣ ਸੁਧ ਭੁੱਲ ਦੀਏ ਨਾਰ ਨਾਹ ਦੀ। ਵੱਡੇ ਵੱਡੇ ਰਾਜਿਆਂ ਦੀ ਸੁਧ ਭੁੱਲ ਜਾਂਦੀ ਹੈ ਸੁਣ ਕੇ। ਇਹ ਨਾ ਆਨੰਦ ਆਨੰਦਪੁਰ ਸਾਹਿਬ ਵਿੱਚ। ਸਾਡਿਆਂ ਰਾਜ ਭਵਨਾਂ ਤੇ ਰਾਜ ਮਹਿਲਾਂ ਵਿੱਚ ਵੀ ਇਹੋ ਜਿਹਾ ਆਨੰਦ ਨਹੀਂ। ਆਨੰਦਪੁਰ ਸਾਹਿਬ ਦੇ ਵਿੱਚ ਆਨੰਦ ਦਾ ਵਾਜਾ ਸੁਣ ਕੇ ਵੱਡੇ ਵੱਡੇ ਰਾਜਿਆਂ ਦੀ ਵੀ ਸੁਧ ਭੁੱਲ ਜਾਂਦੀ ਹੈ, ਉਹ ਵੀ ਬੇਸੁੱਧ ਹੋ ਜਾਂਦੇ ਹਨ। ਭਉ ਪਿਆ ਵਿਭੀਸ਼ਣੇ ਨੂੰ ਲੰਕਾ ਗੜ ਵਸਣੇ ਦਾ। ਉਧਰ ਵਿਭੀਸ਼ਣ ਨੂੰ ਲੰਕਾ ਗੜ 'ਚ ਵਸਦੇ ਨੂੰ ਡਰ ਪੈਦਾ ਹੋ ਗਿਆ ਵੀ ਖਬਰੇ ਮੈਂ ਇੱਥੇ ਵਸਾਂ ਕਿ ਨਾ ਵਸਾਂ। ਕਿਤੇ ਗੁਰੂ ਸਾਹਿਬ ਜੀ, ਕਿਉਂਕਿ ਤ੍ਰੇਤੇ ਯੁੱਗ ਦੇ ਅਵਤਾਰ ਨੇ, ਰਾਵਣ ਕੋਲੋਂ ਲੰਕਾ ਦਾ ਰਾਜ ਖੋਹ ਕੇ ਮੈਨੂੰ ਦੇ ਦਿੱਤਾ ਸੀ। ਇਹ ਕਲਯੁਗ ਦੇ ਅਵਤਾਰ ਨੇ, ਕਿਤੇ ਮੇਰੇ ਕੋਲੋਂ ਖੋਹ ਕੇ ਕਿਸੇ ਹੋਰ ਨੂੰ ਨਾ ਦੇ ਦੇਣ। ਇਸ ਕਰਕੇ ਵਿਭੀਸ਼ਣ ਨੂੰ ਵੀ ਲੰਕਾ ਗੜ ਵਿੱਚ ਵਸਣ ਦਾ ਭਉ ਪੈਦਾ, ਡਰ ਪੈਦਾ ਹੋ ਰਿਹਾ ਹੈ। ਫੇਰੇ ਅਸਵਾਰੀ ਆਮਦੀ ਏ ਮਹਾਬਾਹੂ ਦੀ। ਇਹ ਮਹਾਬਾਹੂ ਸ਼ਬਦ ਵੇਖ ਪਹਿਲਾਂ ਵੀ ਆਇਆ ਕਈ ਵਾਰ। ਮਹਾਬਾਹੂ, ਅਜਾਨ ਬਾਹੂ। ਮਹਾਰਾਜ ਜੀ ਦੀ ਅਸਵਾਰੀ ਨੂੰ ਆਉਂਦਿਆਂ ਵੇਖ ਕੇ
ਵਿਭੀਸ਼ਣ ਨੂੰ ਵੀ ਭੈ ਪੈਦਾ ਹੋ ਗਿਆ ਲੰਕਾ ਗੜ ਚ ਵਸਣ ਦਾ। ਬਲ ਛੱਡ ਬਲ ਜਾਏ ਛਪਿਆ ਪਤਾਲ ਵਿੱਚ। ਰਾਜਾ ਬਲੀ, ਰਾਜਾ ਬਲ ਕਹਿੰਦੇ ਆਪਣਾ ਬਲ ਛੱਡ ਕੇ ਪਤਾਲ ਦੇ ਵਿੱਚ ਜਾ ਕੇ ਛੁਪ ਗਿਆ। ਰਾਜਾ ਬਲੀ ਕੇ ਬਲ ਕਹਿੰਦੇ ਬੜਾ ਬਲੀ ਰਾਜਾ ਸੀ, ਬੜਾ ਬਲਵਾਨ ਰਾਜਾ ਸੀ। ਉਹ ਵੀ ਗੁਰੂ ਸਾਹਿਬ ਦਾ ਖੌਫ ਖਾਂਦਾ ਹੋਇਆ ਆਪਣਾ ਬਲ ਛੱਡ ਕੇ ਪਤਾਲ ਵਿੱਚ ਜਾ ਲੁਕਿਆ। ਫਤਿਹ ਦੀ ਨਿਸ਼ਾਨੀ ਜੈਂਦੇ ਦਵਾਰ ਦਰਗਾਹ ਦੀ। ਕਿਉਂਕਿ ਸਤਿਗੁਰਾਂ ਦੇ ਦਰਬਾਰ ਵਿੱਚ, ਸਤਿਗੁਰਾਂ ਦੀ ਦਰਗਾਹ ਵਿੱਚ ਫਤਿਹ ਦੀ ਜਿਹੜੀ ਨਿਸ਼ਾਨੀ ਹੈ, ਫਤਿਹ ਦੇ ਜਿਹੜੇ ਨਗਾਰੇ ਨੇ, ਫਤਿਹ ਦੇ ਜਿਹੜੇ ਨਿਸ਼ਾਨ ਨੇ, ਉਹ ਮਹਾਰਾਜ ਜੀ ਦੇ ਦਰਬਾਰ ਵਿੱਚ ਝੂਲਦੇ ਨੇ, ਵੱਜਦੇ ਨੇ। ਜਿੱਤ ਦੇ ਨਿਸ਼ਾਨ, ਫਤਿਹ ਦੇ ਨਿਸ਼ਾਨ ਜਿਸ ਦੇ ਦਵਾਰ ਦੇ ਵਿੱਚ, ਦਰਗਾਹ ਦੇ ਵਿੱਚ ਝੂਲਦੇ ਹਨ। ਸਵਣ ਨਾ ਦਿੰਦੀ ਸੁਖ ਦੁੱਜਣਾ ਨੂੰ ਰਾਤ ਦਿਨ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਦਰਗਾਹ ਦੀ ਮਿਲੀ ਹੋਈ ਜਿਹੜੀ ਫਤਿਹ ਹੈ, ਉਹਦੀ ਨਿਸ਼ਾਨੀ ਗੁਰੂ ਸਾਹਿਬ ਜੀ ਦੇ ਦਵਾਰ ਦੇ ਉੱਤੇ ਪ੍ਰਗਟ ਹੋ ਰਹੀ ਹੈ। ਤੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਵੱਜ ਰਹੇ ਨਗਾਰੇ, ਵੱਜ ਰਹੇ ਰਣ ਸਿੰਘੇ, ਜਦੋਂ ਦੁਸ਼ਮਣਾਂ ਦੇ ਕੰਨਾਂ ਵਿੱਚ ਪੈਂਦੀ ਹੈ ਆਵਾਜ਼, ਉਹਨਾਂ ਦੁਸ਼ਮਣਾਂ ਨੂੰ ਸੁੱਖ ਨਾਲ ਨਹੀਂ ਸਬਣ ਦਿੰਦੀ। ਸਬਣ ਨਾ ਦਿੰਦੀ ਸੁੱਖ ਦੁਜਣਾ ਨੂੰ ਰਾਤ ਦਿਨ। ਦਿਨ ਰਾਤ ਦੁਰਜਣਾ ਨੂੰ, ਗੁਰੂ ਘਰ ਦੇ ਦੋਖੀਆਂ ਨੂੰ ਨਹੀਂ ਸੌਣ ਦਿੰਦੀ। ਨੌਬਤ ਗੋਬਿੰਦ ਸਿੰਘ ਗੁਰੂ ਪਾਤਸ਼ਾਹ ਦੀ। ਕੌਣ ਨਹੀਂ ਸੌਣ ਦਿੰਦੀ? ਜਿਹੜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਦੀ ਵੱਜਦੀ ਨੌਬਤ ਨਹੀਂ ਸੌਣ ਦਿੰਦੀ। ਮਹਾਰਾਜ ਜੀ ਦੇ ਦਰਾਂ ਮੁਰੇ ਜਿਹੜੀਆਂ ਨੌਬਤਾਂ ਵੱਜਦੀਆਂ ਨੇ, ਉਸ ਨੌਬਤ ਦੀ ਆਵਾਜ਼ ਨੂੰ ਸੁਣ ਕੇ ਰਾਜੇ, ਜਿਹੜੇ ਗੁਰੂ ਘਰ ਦੇ ਦੋਖੀ ਰਾਜੇ ਨੇ, ਉਹਨਾਂ ਨੂੰ ਆਪਣੇ ਰਾਜ ਮਹੱਲਾਂ ਵਿੱਚ ਬੈਠਿਆਂ ਨੂੰ ਰਾਤ ਦਿਨ ਨੀਂਦ ਨਹੀਂ ਪੈਂਦੀ, ਭੈ ਨਾਲ, ਡਰ ਨਾਲ। ਉਪਰ ਨਰੇਸ਼ ਹੂੰ ਕੀ ਹੋਏ ਸ਼ੁਭ ਬੇਸ਼ ਹੂੰ ਕੀ। ਹੁਣ ਕਵੀਆਂ ਨੂੰ ਗੁਰਦੇਵ ਜੀ ਬੜੇ ਬੜੇ ਸੋਹਣੇ ਦੁਸ਼ਾਲੇ ਦਿੰਦੇ ਨੇ, ਬੜੀਆਂ ਬੜੀਆਂ ਕੀਮਤੀ ਲੋਈਆਂ ਬਖਸ਼ਦੇ ਨੇ। ਤੇ ਹੁਣ ਉਹਨਾਂ ਲੋਈਆਂ ਜਿਹੜੀਆਂ ਗੁਰੂ ਸਾਹਿਬ ਬਖਸ਼ਦੇ ਨੇ, ਉਹਦੀ ਸੋਭਾ ਵੀ ਕਿਹੋ ਜੀਆਂ ਲੋਈਆਂ, ਉੱਤੇ ਉੱਡਣੇ ਵਾਸਤੇ ਉੱਡਣੀਆਂ ਦੁਸ਼ਾਲੇ ਮਹਾਰਾਜ ਜੀ ਕਿਹੋ ਜਿਹੇ ਬਖਸ਼ਦੇ ਨੇ। ਉਪਰ ਨਰੇਸ਼ ਹੂੰ ਕੀ, ਕਹਿੰਦੇ ਉੱਪਰ ਜਿਵੇਂ ਰਾਜੇ ਬਾਦਸ਼ਾਹ ਲੈਂਦੇ ਐ, ਉਹ ਬਾਦਸ਼ਾਹਾਂ ਵਾਲੇ ਠਾਠ ਵਾਲੀ। ਹੋਏ ਸ਼ੁਭ ਬੇਸ਼ ਹੂੰ ਕੀ, ਬੜੇ ਸੋਹਣੇ ਬੇਸ਼ ਵਾਲੀ, ਬੜੀ ਸੋਹਣੀ ਉਹਦੀ ਆਬਾ ਹੈ। ਕਾਸ਼ਮੀਰ ਦੇਸ਼ ਹੂੰ ਕੀ ਭਰੀ ਆਨ ਧਾਮਰੀ। ਕਸ਼ਮੀਰ ਦੇਸ਼ ਦੀ ਬਣੀ ਹੋਈ, ਕਿਉਂਕਿ ਕਸ਼ਮੀਰ ਦੇ ਇਲਾਕੇ 'ਚ ਬੜੀਆਂ ਵਧੀਆ ਛਾਲਾਂ ਬਣਦੀਆਂ ਨੇ, ਬੜੀਆਂ ਕੀਮਤੀ ਲੋਈਆਂ। ਅੱਜ ਵੀ ਬਹੁਤ ਵਧੀਆ ਕੀਮਤੀ ਲੋਈਆਂ ਪਸ਼ਮੀਨੇ ਦੀਆਂ, ਉਹ ਤਕਰੀਬਨ ਕਸ਼ਮੀਰ ਦੇ ਇਲਾਕੇ 'ਚ ਬਣਾਈਆਂ ਜਾਂਦੀਆਂ। ਬੜੇ ਸੋਹਣੇ ਢੰਗ ਨਾਲ ਬਾਰੀਕ ਧਾਗੇ ਨੂੰ ਹੱਥਾਂ ਦੇ ਨਾਲ ਘੜ ਘੜ ਕੇ ਤਿਆਰ ਕਰਦੇ, ਤੇ ਬੜੀਆਂ ਕੀਮਤੀ ਲੋਈਆਂ ਹੁੰਦੀਆਂ। ਕਹਿੰਦੇ ਕਸ਼ਮੀਰ ਦੀਆਂ ਬਣੀਆਂ ਹੋਈਆਂ ਉਹ ਬੜੀਆਂ ਬੜੀਆਂ ਕੀਮਤੀ ਲੋਈਆਂ, ਸ਼ਾਲਾਂ, ਦੁਸ਼ਾਲੇ, ਜਿਨ੍ਹਾਂ ਨੂੰ ਉੱਪਰ ਲਈਏ ਤੇ ਬਾਦਸ਼ਾਹਾਂ ਵਾਲੀ ਸੋਭਾ 'ਚ ਪ੍ਰਤੀਤ ਹੁੰਦੀ ਹੈ। ਰਾਜੇ ਬਾਦਸ਼ਾਹ ਬਣਦੇ ਲੈਂਦੇ ਨੇ ਇਹੋ ਜਿਹੀਆਂ ਕਹਿੰਦੇ ਕੀਮਤੀ ਲੋਈਆਂ। ਉਹ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਬਖਸ਼ੀਆਂ ਲੈਨੇ ਆ, ਲਿਆ ਕੇ ਆਪਣੇ ਘਰ ਭਰਦੇ ਹਾਂ। ਭਰੀ ਆਨ ਧਾਮਰੀ, ਧਾਮਰੀ ਦਾ ਮਤਲਬ ਹੁੰਦਾ ਘਰ। ਅਸੀਂ ਆਪਣੇ ਘਰ ਭਰ ਲਏ ਨੇ ਇਹੋ ਜਿਹੀਆਂ ਕੀਮਤੀ ਲੋਈਆਂ ਨਾਲ। ਮਹਾਰਾਜ ਜੀ ਨੇ ਆਪਣੇ ਤਨ ਤੇ ਲਈ ਹੁੰਦੀ, ਜਦੋਂ ਕੋਈ ਕਵੀ ਕਵਿਤਾ ਸੁਣਾਉਂਦਾ ਰੀਝ ਕੇ ਆਪਣੀ ਲਾਗ ਦੇ ਦਿੰਦੇ, ਆਹ ਲੈ ਬਈ। ਇੰਨੇ ਪ੍ਰਸੰਨ ਹੁੰਦੇ ਆ, ਕਹਿੰਦੇ ਇੰਨੇ ਦਿਆਲੂ ਨੇ, ਉਹ ਕੀਮਤੀ ਲੋਈਆਂ ਨਾਲ ਹੀ ਅਸੀਂ ਆਪਣੇ ਘਰ ਭਰ ਲਏ ਹਨ। ਬੁਨੀ ਕਾਰੀਗਰ ਭਾਰੀ ਕਰੀ ਖੂਬ ਗੁਲਕਾਰੀ। ਕਹਿੰਦੇ ਕਾਰੀਗਰਾਂ ਨੇ ਬੜੇ ਸੋਹਣੇ ਢੰਗ ਨਾਲ ਬੁਣੀਆਂ ਨੇ, ਬੜੇ ਸੋਹਣੇ ਢੰਗ ਨਾਲ ਆਪਣੇ ਹੱਥਾਂ ਨਾਲ ਚੰਗੇ ਕਾਰੀਗਰਾਂ ਨੇ ਬੁਣੀਆਂ ਨੇ। ਕਰੀ ਖੂਬ ਗੁਲਕਾਰੀ, ਉੱਤੇ ਬੜੀਆਂ ਸੋਹਣੀਆਂ ਗੋਲਕਾਰ ਕਹਿੰਦੇ ਗੁਲਦਸਤੇ ਬਣਾਏ ਹੋਏ, ਸੋਹਣੇ ਫੁੱਲ ਕੱਢੇ ਹੋਏ, ਬੜੀ ਸੋਹਣੀ ਕਹਿੰਦੇ ਉਹਦੀ ਆਭਾ ਬਣਾਈ ਹੋਈ ਹੈ। ਪਹਿਰੇ ਭਿਖਾਰੀ ਮੁੱਲ ਪਾਵੇ ਲੱਖ ਦਾਮਰੀ। ਤੇ ਕਹਿੰਦੇ ਜੇ ਕੋਈ ਭਿਖਾਰੀ ਵੀ ਸਰੀਰ ਤੇ ਲੈ ਲਵੇ ਤੇ ਉਹ ਵੀ ਲੱਖਾਂ ਦਾ ਹੋ ਜਾਏ।
ਕਿਉਂਕਿ ਉਹ ਜਿਹੜੇ ਦੁਸ਼ਾਲੇ ਨੇ ਉਹ ਹੈ ਨਹੀਂ ਲੱਖਾਂ ਰੁਪਏ ਦੀ ਕੀਮਤ ਦੇ, ਲਾਗਤ ਦੇ। ਵਿੱਚ ਕੀਮਤੀ ਨਗ ਜੜ ਕੇ, ਸੋਹਣੇ ਹੀਰੇ ਜੜ ਕੇ, ਕੋਰਾਂ ਜੜ ਕੇ, ਉਹ ਬੜੇ ਕੀਮਤੀ। ਕਹਿੰਦੇ ਜੇ ਕੋਈ ਭਿਖਾਰੀ ਵੀ ਸਾਡੇ ਵਰਗਾ ਸਰੀਰ ਤੇ ਲੈ ਲਵੇ ਤੇ ਉਹ ਵੀ ਲੱਖਾਂ ਦਮੜੇ ਦਾ ਹੋ ਜਾਏ। ਸੀਤ ਹੂੰ ਕੋ ਜੀਤ ਲੇਤ ਐਸੀ ਸ਼ੋਭਾ ਦੇਹ ਦੇਤ। ਕਹਿੰਦੇ ਇਹੋ ਜੀ ਸ਼ੋਭਾ ਦਿੰਦੀਆਂ ਨੇ ਉਹ ਲੋਈਆਂ, ਉਹ ਦੁਸ਼ਾਲੇ ਜਾਂ ਉਹ ਸੋਹਣੇ ਛਾਲ ਜਦੋਂ ਸਰੀਰ ਤੇ ਲਈਦੇ ਨੇ ਤੇ ਸ਼ੀਤ ਨੂੰ, ਠੰਡ ਨੂੰ ਦੂਰ ਕਰ ਦਿੰਦੇ ਨੇ। ਹੈਣ ਪਤਲੇ ਧਾਗੇ ਦੇ, ਇੰਨੇ ਪਤਲੇ ਪਸ਼ਮੀਨੇ ਦੇ ਵੀ ਛੱਲੇ ਦੇ ਵਿੱਚੋਂ ਨਿਕਲ ਜਾਣ। ਛੱਲਾ ਕਿੰਨਾ ਕੁ ਹੁੰਦਾ, ਉਹਦੇ ਵਿੱਚੋਂ ਨਿਕਲ ਜਾਏ ਛਾਲ। ਇੰਨੀ ਹੌਲੀ ਹਲਕੀ ਹੁੰਦੀ ਹੈ, ਗ੍ਰਾਮਾਂ ਵਿੱਚ ਉਹਦਾ ਵਜਨ ਹੁੰਦਾ। ਪਰ ਜਦੋਂ ਦੀ ਬੁੱਕਲ ਮਾਰੀਏ ਤੇ ਠੰਡ ਦੂਰ ਹੋ ਜਾਂਦੀ ਹੈ, ਸ਼ੀਤ ਜਿਹੜੀ ਆ ਲਹਿਰ ਉਹ ਦੂਰ ਹੋ ਜਾਂਦੀ ਹੈ। ਮੰਗਲ ਸੋ ਕਬ ਜਿਉ ਕਨਈਆ ਜੀ ਕੋ ਕਾਮਰੀ। ਮੰਗਲ ਕਵੀ ਜੀ, ਇਹ ਮੰਗਲ ਮਹਾਰਾਜ ਜੀ ਦੇ 52 ਕਵੀਆਂ ਚੋਂ ਨੇ। ਮੰਗਲ ਕਵੀ ਜੀ ਕਹਿੰਦੇ ਗੁਰੂ ਸਾਹਿਬ ਜੀ ਜਿਹੜੀਆਂ ਸਾਨੂੰ ਇਹ ਕਾਂਬਲੀਆਂ ਬਖਸ਼ਦੇ ਨੇ, ਲੋਈਆਂ ਛਾਲ ਬਖਸ਼ਦੇ ਨੇ, ਕਹਿੰਦੇ ਮਾਨੋ ਇਹ ਭਗਵਾਨ ਕ੍ਰਿਸ਼ਨ ਦੀ ਕੰਬਲੀ ਹੈ। ਕਨਈਆ ਜੀ ਕੋ ਕਾਮਰੀ, ਮਾਨੋ ਇਹ ਕਨਈਆ ਦੀ ਕਾਮਰੀ ਹੈ ਜਿਹੜੀ ਸਤਿਗੁਰੂ ਜੀ ਸਾਨੂੰ ਬਖਸ਼ਦੇ ਨੇ। ਸ਼ਿਆਮ ਸੇਤ ਪੀਰੀ ਲਾਲ ਜ਼ਰਦ ਸਬਜ਼ ਰੰਗ। ਕਾਲੇ ਰੰਗ ਦੀਆਂ ਨੇ, ਚਿੱਟੇ ਰੰਗ ਦੀਆਂ, ਪੀਲੇ ਰੰਗ ਦੀਆਂ, ਲਾਲ ਰੰਗ ਦੀਆਂ, ਜ਼ਰਦਰੂਏ ਰੰਗ ਦੀਆਂ। ਗੁਰੂ ਜੀ ਗੋਬਿੰਦ ਐਸੀ ਦੇਤ ਮੌਜ ਪਾਮਰੀ। ਫਿਰ ਸ਼ਬਜ ਰੰਗ ਦੀਆਂ, ਹਰੇ ਰੰਗ ਦੀਆਂ, ਰੰਗ ਰੰਗ ਦੀਆਂ ਕੰਬਲੀਆਂ, ਰੰਗ ਰੰਗ ਦੇ ਕੀਮਤੀ ਦੁਸ਼ਾਲੇ, ਰੰਗ ਰੰਗ ਦੀਆਂ ਛਾਲਾਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ ਮੌਜ ਵਿੱਚ ਸਾਨੂੰ ਪਾਮਰੀ, ਪਾਮਰੀ ਨਾਮ ਹੁੰਦਾ ਛਾਲਾਂ ਦਾ, ਆਪਣੀ ਮੌਜ ਵਿੱਚ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇਹੋ ਜੀਆਂ ਪਾਮਰੀਆਂ, ਐਸੀਆਂ ਸੋਹਣੀਆਂ ਛਾਲਾਂ, ਸੋਹਣੇ ਦੁਸ਼ਾਲੇ ਉਹ ਮਹਾਰਾਜ ਜੀ ਬਖਸ਼ਦੇ ਹਨ। ਚੜਤ ਹੀ ਬਾਜੀ ਚੜਿਓ ਗਾਡੇ ਗਾਡੇ ਚਾਹੇ ਬੇਕੋ। ਹੁਣ ਕਵੀ ਜੀ ਫਿਰ ਦੱਸਦੇ ਅੱਗੇ, ਮੰਗਲ ਜੀ ਕਹਿੰਦੇ ਜਦੋਂ ਮਹਾਰਾਜ ਜੀ ਦਾ ਸਿੰਘ ਚੜਤ ਹੀ ਬਾਜੀ, ਘੋੜੇ ਤੇ ਚੜਦਾ, ਚੜਤ ਹੀ ਬਾਜੀ ਚੜਿਓ ਗਾਡੇ ਗਾਡ ਚਾਹੇ ਬੇਕੋ। ਜਦੋਂ ਸਿੰਘ ਚੜਦੇ ਆ ਮਹਾਰਾਜ ਜੀ ਦੇ ਘੋੜਿਆਂ ਤੇ ਘੋੜਿਆਂ ਤੇ ਚੜਦਿਆਂ ਸਾਰ ਉਹਨਾਂ ਅੰਦਰ ਚਾਹਨਾ ਹੁੰਦੀ ਹੈ ਕਿ ਵੱਡੇ ਤੋਂ ਵੱਡਾ ਕਿਲਾ ਸਰ ਕਰੀਏ। ਗਾਡੇ ਗੜ ਦਾ ਮਤਲਬ ਹੁੰਦਾ ਜਿਹੜਾ ਵੱਡਾ ਕਿਲਾ ਹੋਵੇ ਉਹ ਜਿੱਤੀਏ, ਵੱਡੇ ਕਿਲੇ ਤੇ ਫਤਿਹ ਕਰੀਏ। ਦਾਹੇ ਬੇਕੋ ਦੁਖ ਰੀਜੈ ਬਾਰ ਜੋ ਭਵਾਨੀ ਕੋ। ਔਰ ਵੈਰੀਆਂ ਨੂੰ ਸਾੜਨ ਲਈ ਔਰ ਦੁਖੀਆਂ ਦੇ ਦੁੱਖ ਨੂੰ ਨਿਵਾਰਨ ਲਈ ਮਹਾਰਾਜ ਜੀ ਦੇ ਖਾਲਸੇ ਨੂੰ ਮਾਨੋ ਜਿਵੇਂ ਆਦਿ ਸ਼ਕਤੀ ਅਕਾਲ ਪੁਰਖ ਦੀ ਸ਼ਕਤੀ ਨੇ ਵਰ ਦਿੱਤਾ ਹੋਇਆ, ਖਾਲਸੇ ਨੂੰ ਵਰ ਦਿੱਤਾ ਹੋਇਆ ਕਿ ਖਾਲਸਾ ਜੀ ਤੁਸੀਂ ਦੁਖੀਆਂ ਦੇ ਕਲਿਆਣ ਵਾਸਤੇ ਸੰਸਾਰ ਦੇ ਵਿੱਚ ਉਤਪੰਨ ਹੋਏ ਹੋ। ਆਵਤ ਹੀ ਦਾੜੀ ਛਾਤੀ ਦਾੜੀ ਛਿਤ ਪਾਲਨ ਕੀ। ਆਵਤ ਹੀ ਦਾੜੀ, ਦਾੜੀ ਲਿਖਿਆ ਢੱਡੇ ਨਾਲ, ਪਰ ਦਾੜੀ ਜਦੋਂ ਗੁਰੂ ਕੇ ਸਿੰਘ ਦੇ ਚਿਹਰੇ ਤੇ ਦਾੜੀ ਆਉਂਦੀ ਆ ਨਾ, ਮਹਾਰਾਜ ਜੀ ਦੇ ਖਾਲਸੇ ਦੇ ਸਿੰਘ ਦੇ ਚਿਹਰੇ ਤੇ ਦਾੜੀ ਆਉਂਦੀ ਹੈ। ਆਵਤ ਹੀ ਦਾੜੀ ਛਾਤੀ ਦਾੜੀ ਛਿਤ ਪਾਲਨ ਹੈ ਕੀ। ਆਹਾ ਕਵਿਤਾ ਵੇਖੋ ਕੈਸੀ ਸੁੰਦਰ। ਜਦੋਂ ਸਿੰਘ ਦੇ ਚਿਹਰੇ ਤੇ ਦਾੜੀ ਆਉਂਦੀ ਹੈ ਤੇ ਜਿਹੜੇ ਵੱਡੇ ਵੱਡੇ ਛਿਤਪਾਲ ਰਾਜੇ ਨੇ, ਦਾੜੀ ਛਾਤੀ ਦਾੜੀ, ਉਹਨਾਂ ਦੀ ਛਾਤੀ ਸੜ ਜਾਂਦੀ ਹੈ ਵੇਖਦੇ ਆ ਵੀ ਸਿੰਘ ਜਵਾਨ ਹੋ ਗਏ ਨੇ। ਚਿਹਰੇ ਤੇ ਜਦੋਂ ਦਾੜੀ ਵੇਖਦੇ ਆ ਸਿੰਘ ਦੇ ਤੇ ਦੁਸ਼ਮਣ ਦੀ ਛਾਤੀ ਸੜ ਜਾਂਦੀ ਹੈ, ਵੱਡੇ ਵੱਡੇ ਰਾਜਿਆਂ ਦੀ ਛਾਤੀ ਸੜ ਜਾਂਦੀ ਹੈ। ਸਿੰਘ ਦੇ ਚਿਹਰੇ ਤੇ ਸਜਿਆ ਹੋਇਆ ਜਿਹੜਾ ਦਾੜਾ ਹੈ ਨਾ, ਉਹ ਸਿੰਘ ਦੀ ਸ਼ਾਨ ਹੈ। ਚਿਹਰੇ ਤੇ ਸਜਿਆ ਹੋਇਆ ਸਿੰਘ ਦਾ ਦਾੜਾ ਉਹ ਸਿੰਘ ਦੀ ਸ਼ਾਨ ਹੈ। ਸ਼ੇਰ ਦੀ ਸ਼ਾਨ ਹੁੰਦੀ ਹੈ ਉਹਦੇ ਦਾੜੇ ਨਾਲ, ਸਿੰਘ ਦੀ ਸ਼ਾਨ ਉਹਦੇ ਦਾੜੇ ਨਾਲ ਹੈ, ਸਿਰ ਤੇ ਸਜੇ ਦਸਤਾਰੇ ਨਾਲ ਹੈ। ਤੇ ਜੇ ਕੋਈ ਦਾੜਾ ਹੀ ਜਾ ਕੇ ਵਧਾਵੇ ਕਟਾਵੇ, ਉਹ ਗੁਰੂ ਕੀ ਖੁਸ਼ੀ ਦਾ ਪਾਤਰ ਨਹੀਂ ਬਣਦਾ।
ਕਹਿੰਦੇ ਆਵਤ ਹੀ ਦਾੜੀ ਛਾਤੀ ਦਾੜੀ ਛਿਤ ਪਾਲਨ ਕੀ। ਦਾੜੀ ਆਉਂਦਿਆਂ ਵੇਖ ਕੇ ਹੀ ਦੁਸ਼ਮਣਾਂ ਦੀ, ਵੱਡੇ ਵੱਡੇ ਰਾਜਿਆਂ ਦੀ ਛਾਤੀ ਸੜ ਜਾਂਦੀ ਹੈ। ਰਾਜ ਕੇ ਕਰਈਆ ਉਨਹੀ ਕੀ ਰਾਜਧਾਨੀ ਕੋ। ਉਹ ਵੱਡੇ ਵੱਡੇ ਛਿਤਪਾਲ ਰਾਜੇ ਜਿਹੜੇ ਨੇ, ਉਹਨਾਂ ਦੀ ਰਾਜਧਾਨੀ ਨੂੰ ਏਦਾਂ ਜਵਾਨ ਹੋਏ ਸਿੰਘ, ਸੂਰਮੇ ਹੋਏ ਸਿੰਘ, ਰੱਜ ਕਹੀਏ ਮਿੱਟੀ ਦੇ ਕਿਣਕੇ ਵਿੱਚ ਮਿਲਾ ਕੇ ਰੱਖ ਦੇਣ ਵਾਲੇ ਨੇ। ਰੱਜ ਕੇ ਕਰਈਆ, ਮਿੱਟੀ ਦੀ ਧੂੜ ਦੇ ਵਿੱਚ ਮਿਲਾ ਕੇ ਰੱਖ ਦੇਣ ਵਾਲੇ ਨੇ ਉਹਨਾਂ ਦੀਆਂ ਵੱਡੀਆਂ ਵੱਡੀਆਂ ਰਾਜਧਾਨੀਆਂ ਨੂੰ, ਜਿਨ੍ਹਾਂ ਵਿੱਚ ਬਹਿ ਕੇ ਉਹ ਜ਼ੁਲਮ ਕਰਦੇ ਨੇ। ਉਹਨਾਂ ਜਰਵਾਣਿਆਂ ਦੀਆਂ ਰਾਜਧਾਨੀਆਂ ਨੂੰ ਪੁੱਟ ਕੇ ਮਿੱਟੀ ਵਿੱਚ ਗਰਕ ਕਰਕੇ ਰੱਖ ਦੇਣ ਵਾਲੇ ਹਨ। ਮਹਾਬਾਹੂ ਗੁਰੂ ਜੀ ਗੋਬਿੰਦ ਸਿੰਘ ਭਾਰਤ ਜਿਉ। ਮਹਾਬਾਹੂ, ਵੱਡੀਆਂ ਬਾਹਾਂ ਵਾਲੇ, ਅਜਾਨ ਬਾਹੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ। ਭਾਰਤ ਕੋ ਜੀਤ ਲੇਤ ਬਸੁਦਾ ਬੇਰਾਨੀ ਕੋ। ਕਹਿੰਦੇ ਜਿਵੇਂ ਪਾਰਥ ਨੇ ਭਾਰਤ ਜਿੱਤਿਆ ਸੀ ਨਾ, ਅਰਜਨ ਨੇ ਮਹਾਭਾਰਤ ਜਿੱਤਿਆ ਸੀ, ਏਦਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੱਜ ਜਿਹੜੀ ਬਗਾਨੀ ਹੋ ਗਈ ਹੈ ਧਰਤੀ, ਆਪਣੇ ਲੋਕਾਂ ਦੀ ਜ਼ਮੀਨ ਉਹਨਾਂ ਤੋਂ ਬਗਾਨੀ ਹੋ ਗਈ ਹੈ, ਉਹਨੂੰ ਮਹਾਰਾਜ ਜੀ ਜਿੱਤ ਕੇ ਉਹਨਾਂ ਨੂੰ ਦੇਣ ਵਾਲੇ ਨੇ, ਜਿਹੜੇ ਉਹਨਾਂ ਦੇ ਅਸਲੀ ਵਾਰਸ ਤੇ ਮਾਲਕ ਨੇ। ਹਾਂਜੀ। ਪਾਗਹੂ ਕੋ ਬਾਂਧਬੋ ਕਛੁਕ ਦਿਨ ਪਾਛੇ ਸਿੱਖਿਓ। ਸਿੰਘ ਦਾ ਬੱਚਾ ਪੱਗ ਬੰਨਣੀ ਕੁਝ ਦਿਨ ਬਾਅਦ ਸਿੱਖਦਾ ਹੈ। ਜੰਮਦਿਆਂ ਪੱਗ ਬੰਨਣੀ ਨਹੀਂ ਸਿੱਖਦਾ ਸਿੰਘ ਦਾ ਬੱਚਾ। 3, 4, 5, 6 ਸਾਲ ਦਾ ਹੋਵੇ ਤੇ ਉਹ ਪੱਗ ਬੰਨਣੀ ਨਹੀਂ ਸਿੱਖਦਾ, ਉਹ ਬਾਅਦ ਵਿੱਚ ਸਿੱਖਦਾ ਹੈ। ਪੁੱਛਿਆ ਜੀ ਪਹਿਲਾਂ ਫਿਰ ਕੀ ਸਿੱਖਦਾ ਪੱਗ ਬੰਨਣ ਤੋਂ? ਕਵੀ ਜੀ ਨੂੰ ਪੁੱਛਿਆ, ਮਹਾਰਾਜ ਜੀ ਸਿੰਘ ਦਾ ਬੱਚਾ ਪੱਗ ਬੰਨਣੀ 4 ਦਿਨ ਬਾਅਦ ਸਿੱਖਦਾ ਹੈ, ਫਿਰ ਪਹਿਲਾਂ ਕੀ ਸਿੱਖਦਾ? ਉਹ ਦੱਸਦੇ ਨੇ, ਪਹਿਲੇ ਹੀ ਸੋ ਸਿੱਖਿਓ ਸਿੰਘ ਬਾਂਧਬੋ ਕਿਰਪਾਨੀ ਕੋ। ਕਹਿੰਦੇ ਪਹਿਲਾਂ ਸਿੰਘ ਦਾ ਬੱਚਾ ਸਿੱਖਦਾ ਆਪਣੇ ਗਾਤਰੇ ਕਿਰਪਾਨ ਪਾਉਣੀ ਵੀ ਕਿਵੇਂ ਪਾਈਦੀ ਹੈ, ਪੱਗ ਬੰਨਣੀ ਬਾਅਦ ਵਿੱਚ ਸਿੱਖਦਾ ਹਾਲੇ। ਯਾਨੀ ਕਿ ਕਿਰਪਾਨ ਦੇ ਨਾਲ, ਸ਼ਸਤਰ ਦੇ ਨਾਲ ਸਿੰਘ ਦਾ ਸਨੇਹ ਹੈ। ਇਹਦਾ ਮਤਲਬ ਇਹ ਨਹੀਂ ਵੀ ਪੱਗ ਨਹੀਂ ਬੰਨਦਾ ਸਿੰਘ ਦਾ ਬੱਚਾ, ਦਾੜਾ ਚਿਹਰੇ ਤੇ ਹੁੰਦਾ, ਨਿੱਕੀਆਂ ਨਿੱਕੀਆਂ ਜੀਆਂ ਪਟਕੀਆਂ ਬੰਨ ਕੇ ਫਿਰਦੇ ਹੁੰਦੇ ਆ ਭਜੰਗੀ। ਪਰਿਵਾਰਾਂ ਵਾਲੇ, ਬੱਚਿਆਂ ਵਾਲੇ ਹੁੰਦੇ, ਅੱਗੇ ਬੱਚੇ ਵੀ ਜਵਾਨ ਹੋਏ ਹੁੰਦੇ ਆ ਕਈਆਂ ਦੇ, ਉਹ ਵੀ ਸਿਰ ਤੇ ਨਿੱਕੇ ਜਿਹੇ ਪਟਕੇ ਜੇ ਬੰਨ ਕੇ ਟੁਰੇ ਫਿਰਦੇ ਹੁੰਦੇ ਆ। ਬੜੀ ਹੈਰਾਨੀ ਹੁੰਦੀ ਹੈ ਵੇਖ ਕੇ। ਇਹਦਾ ਮਤਲਬ ਇਹ ਹੈ ਵੀ ਪੱਗ ਬੰਨਣੀ ਸਿੱਖਣ ਦਾ ਮਤਲਬ ਇਹ ਨਹੀਂ ਵੀ ਸਿੱਖਦੇ ਹੀ ਨਹੀਂ, ਉਹ ਤਾਂ ਬੰਨ ਹੀ ਲੈਣੀ, ਉਹ ਤਾਂ ਉਹਨਾਂ ਦਾ ਹੱਕ ਹੈ, ਉਹਨਾਂ ਨੂੰ ਮਿਲ ਹੀ ਜਾਣੀ ਹੈ ਵਿਰਾਸਤ ਵਿੱਚ। ਪਰ ਉਹ ਪਹਿਲਾਂ ਸਿੱਖਦੇ ਨੇ ਆਪਣੇ ਗਾਤਰੇ 'ਚ ਕਿਰਪਾਨ ਪਾਉਣੀ, ਸ਼ਸਤਰ ਪਕੜਨਾ। ਉਹ ਡਰ ਨਹੀਂ ਆਪਣੇ ਹਿਰਦੇ 'ਚ ਰੱਖਦੇ, ਭੈ ਨਹੀਂ ਆਪਣੇ, ਨਾ ਬੱਚਿਆ ਤੇਰਾ ਹੱਥ ਨਾ ਕੱਟਿਆ ਜਾਏ ਕਿਤੇ, ਡਰਾਉਂਦੇ ਨਹੀਂ ਹਨ। ਉਹ ਕਹਿੰਦੇ ਫੜ ਸ਼ਸਤਰ ਬਈ, ਇਹ ਤੇਰਾ ਹੱਕ ਹੈ, ਸ਼ਸਤਰ ਪਕੜ ਕੇ ਤੂੰ ਦੇਸ਼ ਕੌਮ ਸਮਾਜ ਦੀ ਸੇਵਾ ਵਾਸਤੇ ਤਿਆਰ ਬਰ ਤਿਆਰ ਰਹਿਣਾ। ਹਾਂਜੀ। ਜਾਚੇ ਧਰੂ ਪਾਇਓ ਹੈ ਅਮਰ ਪਦ ਸੁਰ ਲੋਕ। ਕਹਿੰਦੇ ਧਰੂ ਜੀ ਨੇ ਮੰਗਿਆ ਤੇ ਉਹਨਾਂ ਨੂੰ ਮੰਗ ਕੇ ਧਰੂ ਪਦਵੀ ਦੀ ਪ੍ਰਾਪਤੀ ਹੋਈ, ਅਮਰ ਪਦਵੀ ਦੀ, ਸੁਰ ਲੋਕ ਦੀ ਪ੍ਰਾਪਤੀ ਹੋਈ। ਨਾਮਾ ਜੂ ਕੇ ਜਾਚੇ ਦਿਓ ਦੇਹੁਰਾ ਫਿਰਾਏ ਜੀ। ਭਗਤ ਨਾਮਦੇਵ ਜੀ ਨੇ ਮੰਗਿਆ ਤੇ ਉਹਨਾਂ ਦਾ ਦਿਉਰਾ ਫੇਰ ਦਿੱਤਾ, ਉਹਨਾਂ ਵਾਸਤੇ ਮੰਦਰ ਫੇਰ ਦਿੱਤਾ। ਵਿਪਦਾ ਮੈਂ ਲੰਕਾ ਦੀਨੀ ਜਾਚਾ ਤੇ ਵਿਭੀਖਣ ਕੋ। ਵਿਭੀਸ਼ਣ ਨੂੰ ਵਿਪਦਾ ਪਈ ਹੋਈ ਦੁੱਖ ਦੀ ਘੜੀ ਦੇ ਵਿੱਚ ਉਹਨੇ ਮੰਗਿਆ ਤੇ ਵਿਭੀਸ਼ਣ ਨੂੰ ਲੰਕਾ ਦਾ ਰਾਜ ਪ੍ਰਾਪਤ ਹੋਇਆ। ਮੰਗਲ ਸੋ ਕਬ ਜਾਚੋ ਮੰਗਲ ਸੁਨਾਏ ਜੀ। ਕਵੀ ਮੰਗਲ ਜੀ ਮਹਾਰਾਜ ਜੀ ਦੇ 52 ਕਵੀਆਂ ਚੋਂ ਇੱਕ ਨੇ। ਕਹਿੰਦੇ ਮਹਾਰਾਜ ਮੈਂ ਵੀ ਮੰਗਦਾ। ਮੈਂ ਕੀ ਮੰਗਦਾ? ਮੇਰਾ ਨਾਮ ਮੰਗਲ ਹੈ ਤੇ ਮੈਂ ਤੁਹਾਡੇ ਮੰਗਲ ਸੁਣਾਵਾਂ। ਮੰਗਲ ਦਾ ਮਤਲਬ ਹੁੰਦਾ ਜਸ ਕਰਨਾ, ਸੋਭਾ ਕਰਨੀ। ਮਹਾਰਾਜ ਮੰਗਲ ਸੋ ਕਬ ਜਾਚੋ ਮੰਗਲ ਸੁਨਾਏ ਜੀ। ਮੰਗਲ ਕਵੀ ਜੀ ਮੰਗਦੇ ਨੇ, ਮੰਗਲ ਸੁਨਾਏ ਜੀ। ਮਹਾਰਾਜ ਮੈਂ ਤੁਹਾਡੇ ਮੰਗਲ ਸੁਣਾਵਾਂ।
ਤੁਹਾਡਾ ਜਸ ਸੁਣਾਵਾ। द्रौपदी नगन होत जाच्यो सभा माहे ठांडो। ਜਦੋਂ द्रौपदी ਨੂੰ ਬੇਆਬਰੂ ਕੀਤਾ ਜਾ ਰਿਹਾ ਸੀ, ਉਸ ਨੇ ਮੰਗ ਕੀਤੀ ਮੇਰੀ ਪੱਤ ਰੱਖੋ। अंबर लो अंबर मही पै रहे छाए जी। ਕਹਿੰਦੇ ਧਰਤੀ ਦੇ ਉੱਤੇ ਅੰਬਰਾਂ ਦਾ ਕੱਪੜਿਆਂ ਦਾ ਵਸਤਰਾਂ ਦਾ ਕਿਲਾ ਉਸਾਰ ਦਿੱਤਾ ਆਕਾਸ਼ ਤੱਕ। ਕਹਿੰਦੇ ਕੱਪੜਿਆਂ ਨਾਲ ਆਕਾਸ਼ ਤਾਈਂ ਮਹਿਲ ਭਰ ਕੇ ਰੱਖ ਦਿੱਤਾ। ऐसो दान दैबो कौन कऊ सत गुरु बिना। ਇਹੋ ਜਿਹਾ ਦਾਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਬਿਨਾ ਕਿ ਸਾਡੇ ਨਲੱਜਾਂ ਨੂੰ ਆਪਣਾ ਪਰਦਾ ਕਾ ਕੇ ਕਿਰਪਾ ਦਾ ਪਰਦਾ ਪਾ ਕੇ ਕੱਜਣ ਵਾਲੇ ਇਹੋ ਜਿਹਾ ਦਾਨ ਸਤਿਗੁਰਾਂ ਤੋਂ ਬਿਨਾ और को ना जाचिए बिना गोबिंद राय जी। ਇਹ ਭਾਈ ਸਿੱਖੋ, ਜਿਹੋ ਜਿਹਾ ਦਾਨ ਤੁਹਾਨੂੰ ਚਾਹੀਦਾ ਜਿਹੜਾ ਉੱਪਰ द्रौपदी ਨੇ ਮੰਗਿਆ ਹੈ ਜਾਂ ਫਿਰ ਧਰੂ ਨੇ ਮੰਗਿਆ ਹੈ, ਨਾਮਦੇਵ ਨੇ ਮੰਗਿਆ ਹੈ, ਕਹਿੰਦੇ ਜਿਹੋ ਜਿਹਾ ਦਾਨ ਤੁਹਾਨੂੰ ਚਾਹੀਦਾ ਤੇ ਫਿਰ ਐਸਾ ਕੌਣ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਜਿਹੜਾ ਤੁਹਾਨੂੰ ਦੇ ਸਕੇ। ਯਾਨੀ ਕਿ ਜੇ ਐਸਾ ਦਾਨ ਚਾਹੀਦਾ ਤਾਂ ਫਿਰ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਚੋਂ ਮੰਗੀਏ। असुर बेदार बेको सुर पत पार बेको। ਆਸੁਰਾਂ ਦਾ ਦਾਨਵਾਂ ਦਾ ਨਾਸ਼ ਕਰਨ ਵਾਲੇ, ਉਹਨਾਂ ਦਾ ਨਾਸ਼ ਕਰਕੇ ਸੁਰਪਤੀ ਇੰਦਰਾਦਿਕ ਨੂੰ ਪਾਲਣੇ ਵਾਲੇ। भगत उदार बेको मुक्त की जरी है। ਭਗਤਾਂ ਦਾ ਉਧਾਰ ਕਰਨ ਵਾਸਤੇ ਮੁਕਤੀ ਨਾਲ ਮਹਾਰਾਜ ਜੀ ਦੀ ਜੜੀ ਹੋਈ ਜੜੀ ਹੈ। हर दाल पंज बेको गाड़े गाड़े गंज बेको। ਜੜੀ ਨਾਮ ਜੜੀ ਬੂਟੀ ਦਾ ਹੈ, ਮੁਕਤੀ ਦੀ ਜੜੀ ਬੂਟੀ ਹੈ ਮਹਾਰਾਜ ਜੀ ਦੇ ਕੋਲ। ਦੁਬਾਰਾ ਪੜ੍ਹੀਏ ਜੀ। हर दाल पंज बेको गाड़े गाड़े गंज बेको। ਵੈਰੀਆਂ ਦੇ ਦਲ ਭੰਨਣ ਵਾਸਤੇ ਵੱਡੇ ਵੱਡੇ ਮਜ਼ਬੂਤ ਕਿਲਿਆਂ ਨੂੰ ਤੋੜਨ ਵਾਲੇ, ਗੰਜਣ ਵਾਲੇ। सब सुख संजबे को महा सुख भरी है। ਸਾਰੇ ਸੁੱਖਾਂ ਨੂੰ ਸੰਜਣ ਲਈ, ਇਕੱਤਰ ਕਰਨ ਲਈ ਮਹਾ ਸੁੱਖਾਂ ਨਾਲ ਭਰੀ ਹੋਈ। करत कलोल गोर गोबिंद के कर माहे। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੱਥ ਵਿੱਚ ਕਲੋਲ ਕਰ ਰਹੀ ਹੈ, ਹਿੱਲ ਰਹੀ ਹੈ। चक्र साथ हूँ ते मार बे के बिद परी है। ਕਹਿੰਦੇ ਜਿਵੇਂ ਸੁਦਰਸ਼ਨ ਚੱਕਰ ਕਰਕੇ ਸੋਭਦਾ ਭਗਵਾਨ ਵਿਸ਼ਨੂੰ ਦੇ ਹੱਥ ਵਿੱਚ, ਮਹਾਰਾਜ ਜੀ ਦੇ ਹੱਥ ਵਿੱਚ ਇਹ ਸੋਭ ਰਹੀ ਹੈ। ਕੀ ਹੈ ਭਲਾ ਇਹ ਜਿਹੜੀ ਸੋਭ ਰਹੀ ਹੈ ਗੁਰਦੇਵ ਦੇ ਹੱਥ ਵਿੱਚ? फतेह की निशानी यह है पूरब जन्म हूँ की। ਕਹਿੰਦੇ ਫਤਿਹ ਦੀ ਨਿਸ਼ਾਨੀ ਹੈ ਮਾਨੋ ਪੂਰਬ ਜਨਮ ਦੀ। तब हुती गदाया श्याम रंग छरी है। ਉਦੋਂ ਗਦਾ ਹੋਈ ਸੀ ਤੇ ਹੁਣ ਹੱਥ ਦੇ ਵਿੱਚ ਸ਼ਾਮ ਰੰਗ ਦੀ, ਕਾਲੇ ਰੰਗ ਦੀ ਛੜੀ ਫੜੀ ਹੋਈ। ਕਿਤੇ ਮਹਾਰਾਜ ਜੀ ਨੇ ਛੜੀ ਫੜੀ ਹੋਈ ਸੀ ਕਾਲੇ ਰੰਗ ਦੀ। ਕਵੀ ਨੂੰ ਵੇਖ ਕੇ ਉਹੀ ਅਲੰਕਾਰ ਬਣ ਗਏ। ਕਹਿੰਦੇ ਮਾਨੋ ਇਹ ਉਹੀ ਛੜੀ ਹੈ। कुंज कुंज गले न बजाई बन बांसुरी सी। ਕਹਿੰਦੇ ਭਗਵਾਨ ਕ੍ਰਿਸ਼ਨ ਜੀ ਨੇ ਜਿਵੇਂ ਕੁੰਜ ਕੁੰਜ ਗਲੀ ਗਲੀ ਚ ਬਾਂਸਰੀ ਸੀ ਵਜਾਈ। उन्हीं के संग सोई शारदा कहत है। ਕਵੀ ਸ਼ਾਰਦਾ ਜੀ ਕਹਿੰਦੇ ਉਹਨਾਂ ਦੇ ਨਾਲ ਹੀ ਉਹ ਬਾਂਸਰੀ ਸੋਭਦੀ ਹੈ। जमुना के तट बंसी बट के निकट सोई। ਯਮਨਾ ਦੇ ਕੰਢੇ ਦੇ ਉੱਤੇ ਤੇ ਬੱਟ ਦੇ ਨੇੜੇ। तट स्तद रवयान साहिथी करत है। ਕਹਿੰਦੇ ਉਹੀ ਬਾਂਸਰੀ ਮਾਨੋ ਹੁਣ ਸ੍ਰੀ ਆਨੰਦਪੁਰ ਸਾਹਿਬ ਸਤਲੁਜ ਦਰਿਆ ਦੇ ਕੰਢੇ ਤੇ ਕਲਗੀਧਰ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਸਹਿਥੀ ਤਲਵਾਰ ਬਣ ਗਈ ਹੋਵੇ। देखो भूप भूपन के भूम के भगत लेगो। ਵੇਖੋ ਰਾਜਿਆਂ ਦੇ ਰਾਜੇ सतगुरु सच्चे पातशाह जी महाराज जी। पा गया छरी के मोसो कह बेबनत है। महाराज जी दे हथ विच फड़ी हुई छड़ी दे भाग ਉਹ ਕਹਿੰਦੇ ਕਿੱਥੋਂ ਤੱਕ ਕਹਿਣ ਵਿੱਚ ਬਣਦੇ ਨੇ, ਨਹੀਂ ਆਉਂਦੇ। कान होया के औतरियो तो मुख ही रहत लागी। ਕਹਿੰਦੇ ਭਗਵਾਨ ਕ੍ਰਿਸ਼ਨ ਜੀ ਉਤਰੇ ਦੁਆਪਰ ਯੁੱਗ ਦੇ ਵਿੱਚ ਤੇ ਉਹ ਬਾਂਸਰੀ ਉਹਨਾਂ ਦੇ ਮੁਖ ਨੂੰ ਲੱਗੀ ਰਹੀ। गोविंद होया औतरियो तो हाथ ही रहत है। ਕਹਿੰਦੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਯੁਗ ਦੇ ਅਵਤਾਰ ਹੋਏ ਨੇ, ਮਾਨੋ ਬਾਂਸਰੀ ਇਹਨਾਂ ਦੇ ਹੱਥ ਦੀ ਛੜੀ ਬਣੀ ਹੋਈ ਇਹਨਾਂ ਦੇ ਹੱਥ ਵਿੱਚ ਹੀ ਸੋਭਦੀ ਹੈ। कबित
ਪੂਰਨ ਪੁਰਖ ਅਵਤਾਰਿਆਨ ਲੀਨਿਆ। ਪੂਰਨ ਪੁਰਖ ਅਵਤਾਰ ਅਕਾਲ ਪੁਰਖ ਜੀ ਨੇ ਸੰਸਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਵਤਾਰ ਲਿਆ। ਜਾਂ ਕੇ ਦਰਬਾਰ ਮਨ ਚਿਤ ਵੈਸੋ ਪਾਈਏ। ਜਿਨ੍ਹਾਂ ਦੇ ਦਰਬਾਰ ਵਿੱਚ ਆ ਕੇ ਜੋ ਮਨ ਚ ਚਿਤ ਵੀਏ ਉਹ ਪ੍ਰਾਪਤ ਹੋ ਜਾਂਦਾ ਹੈ। ਘਟ ਘਟ ਬਾਸੀ ਅਬਿਨਾਸ਼ੀ ਨਾਮ ਜਾ ਕੋ ਜਗ। ਘਟ ਘਟ ਵਿੱਚ ਵਾਸੀ ਨੇ ਜਿਨ੍ਹਾਂ ਦਾ ਨਾਮ ਇਸ ਜਗਤ ਵਿੱਚ ਅਬਨਾਸੀ ਹੈ। ਕਰਤਾ ਕਰਨ ਹਾਰ ਸੋਈ ਦਿਖ ਰਾਈਏ। ਔਰ ਕਰਤਾ ਕਰਨਹਾਰ ਹਨ, ਜੋ ਚਾਹੁੰਦੇ ਨੇ ਉਹੀ ਦਿਖਾ ਦਿੰਦੇ ਹਨ। ਨੌਵੇਂ ਗੁਰ ਨੰਦ ਜਗ ਬੰਦ ਤੇਗ ਤਿਆਗ ਪੂਰੇ। ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਸਾਰੇ ਜਗਤ ਦੇ ਤਿਆਗੀ ਹਨ। ਮੰਗਲ ਸੋ ਕਬ ਕਹਿ ਮੰਗਲ ਸੁਥਾਈਏ। ਮੰਗਲ ਕਵੀ ਜੀ ਕਹਿੰਦੇ ਹਨ ਕਿ ਮਹਾਰਾਜ ਜੀ ਮੈਂ ਤੁਹਾਡੀ ਸਿਫਤ ਲਿਖ ਰਿਹਾ ਹਾਂ ਜਿੱਥੇ ਮੈਨੂੰ ਸਾਰੇ ਸੁਖ ਸਾਂਦ ਪ੍ਰਾਪਤ ਹੁੰਦੇ ਹਨ, ਤੇ ਸੁਖ ਸਾਂਦ ਹੈ ਜਿੱਥੇ ਮਹਾਰਾਜ ਜੀ ਤੁਸਾਂ ਨੂੰ ਮੰਗਲ ਰੂਪ ਕਰਕੇ ਗਾਇਆ ਜਾਂਦਾ ਹੈ। ਆਨੰਦ ਕੋ ਦਾਤਾ ਗੁਰ ਸਾਹਿਬ ਗੋਬਿੰਦ ਰਾਏ। ਮਹਾਰਾਜ ਜੀ ਤੁਸੀਂ ਆਨੰਦ ਦੇ ਦਾਤੇ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਚਾਹੇ ਜੋ ਆਨੰਦ ਤੋਂ ਆਨੰਦਪੁਰ ਆਈਏ। ਸੁਣੋ ਵੇ ਦੁਨੀਆ ਦੇ ਲੋਕੋ, ਜੇ ਤੁਹਾਨੂੰ ਆਨੰਦ ਚਾਹੀਦਾ ਤਾਂ ਫਿਰ ਆਨੰਦਪੁਰ ਸਾਹਿਬ ਗੁਰੂ ਕਲਗੀਧਰ ਦੀ ਸ਼ਰਨ ਆਓ, ਜਿੱਥੇ ਆ ਕੇ ਤੁਹਾਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ। ਜੇ ਆਨੰਦ ਚਾਹੀਦਾ ਹੈ, ਚਾਹੇ ਜੋ ਆਨੰਦ ਤੋਂ ਆਨੰਦਪੁਰ ਆਈਏ। ਜੇ ਆਨੰਦ ਚਾਹੀਦਾ ਤਾਂ ਫਿਰ ਆਨੰਦਾਂ ਦੀ ਪੁਰੀ ਗੁਰੂ ਕਲਗੀਧਰ ਜੀ ਦੀ ਸ਼ਰਨ ਵਿੱਚ ਚੱਲ ਕੇ ਆਈਏ। ਕਬਿਤ ਦਿਜਨ ਕੋ ਦਲ ਜੋਗੀ ਜੰਗਮ ਜਮਾਤ ਦਵਾਰ। ਵੱਡੇ ਵੱਡੇ ਬ੍ਰਾਹਮਣਾਂ ਦੇ ਦਲ, ਜੋਗੀਆਂ ਤੇ ਜੰਗਮਾਂ ਦੀਆਂ ਵੱਡੀਆਂ ਵੱਡੀਆਂ ਜਮਾਤਾਂ ਮਹਾਰਾਜ ਜੀ ਦੇ ਦਰਵਾਜ਼ੇ ਦੇ ਸਾਹਮਣੇ। ਬੰਦੀ ਜਨ ਕਿਤਕ ਹੈ ਜਗਤ ਮੈਂ ਜਾਹੇ ਕੀ। ਕਿਤਨੇ ਹੀ ਬੰਦੀ ਜਨ ਜਿਹੜੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਕਰਦੇ ਨੇ, ਸਤਿਗੁਰਾਂ ਦਾ ਜਸ ਗਾਇਨ ਕਰਦੇ ਹਨ, ਸੋਭਾ ਵਰਣਨ ਕਰਦੇ ਹਨ। ਸ਼ੁਭਾ ਸ਼ੁਭ ਲੇਤ ਦੇਤ ਲੱਛਣ ਕੋ ਲੱਛ ਰੋਜ। ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਦੋਂ ਸਿਫਤ ਕਰਦੇ ਨੇ, ਸ਼ੁਭਾ ਸ਼ੁਭ ਲੇਤ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਕਰਦਿਆਂ ਹੋਇਆਂ ਮਹਾਰਾਜ ਜੀ ਦੀ ਸੋਭਾ ਪ੍ਰਾਪਤ ਕਰਦੇ ਹਨ। ਔਰ ਫਿਰ ਗੁਰਦੇਵ ਦੇ ਚਰਨਾਂ ਵਿੱਚ ਜਿਹੜੀ ਸੋਭਾ ਹੋ ਰਹੀ ਹੈ, ਸਿਜਦੀ ਸੋਭਾ ਹੋ ਰਹੀ ਹੈ, ਖੁਸ਼ੀ ਨਾਲ ਦਿੰਦੇ ਨੇ ਗੁਰੂ ਜੀ, ਤੇ ਉਹ ਲੈਂਦੇ ਨੇ ਯਾਚਕ ਬਣ ਕੇ ਲੱਖਾਂ ਦੇ ਲੱਖਾਂ ਵੇਖ ਵੇਖ ਕੇ। ਦੇਖ ਦੇਖ ਸੁਧ ਭੂਲ ਜਾਤ ਸੁਰ ਨਾਹੇ ਕੀ। ਇੰਦਰ ਦੀ ਹੋਸ਼ ਵੀ ਭੁੱਲ ਜਾਂਦੀ ਆ ਵੀ ਸਤਿਗੁਰੂ ਜੀ ਇੰਨਾ ਦਾਨ ਦਿੰਦੇ ਆ। ਕੁਬੇਰ ਨੂੰ ਵੀ ਵਕਤ ਪੈ ਗਿਆ ਵੀ ਕਿਤੇ ਮੇਰਾ ਸਾਰਾ ਖਜ਼ਾਨਾ ਹੀ ਨਾ ਸਮਾਪਤ ਹੋ ਜਾਏ। ਗੋਬਿੰਦ ਗੁਰੂ ਕੋ ਦਾਨ ਮਾਲਮ ਜਹਾਨ ਪਇਓ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦਿੱਤਾ ਹੋਇਆ ਦਾਨ ਸਾਰੇ ਜਗਤ ਵਿੱਚ ਮਾਲੂਮ ਹੋ ਰਿਹਾ, ਪਤਾ ਲੱਗ ਰਿਹਾ ਹੈ। ਪਿਛਕ ਕੀਏ ਹੈ ਪੂਪ ਪਰਵਾਹ ਨ ਕਾਹੇ ਕੀ। ਜਿਹੜੇ ਮੰਗਤੇ ਸੀ ਉਹਨਾਂ ਨੂੰ ਦਾਨ ਦੇ ਕੇ ਗੁਰਦੇਵ ਨੇ ਰਾਜੇ ਤੇ ਬਾਦਸ਼ਾਹ ਬਣਾ ਦਿੱਤਾ, ਜਿਨ੍ਹਾਂ ਨੂੰ ਮੁੜ ਕੇ ਕਿਸੇ ਦੀ ਪਰਵਾਹ ਨਹੀਂ ਰਹੀ। ਇਹੋ ਜਿਹੇ ਦਾਨੀ ਨੇ ਸਤਿਗੁਰੂ ਜੀ, ਪਿਛਕਾਂ ਨੂੰ ਮੰਗਤਿਆਂ ਨੂੰ ਦਾਨ ਦੇ ਕੇ ਰਾਜੇ ਬਣਾ ਦਿੱਤਾ। ਔਰ ਜਿਹੜੇ ਰਾਜੇ ਬਣ ਗਏ ਉਹਨਾਂ ਨੂੰ ਫਿਰ ਕਿਸੇ ਦੀ ਪਰਵਾਹ ਨਾ ਰਹੀ। ਬਲ ਬੈਨ ਬਿਕਰਮ ਨਾ ਭੋਜ ਹੂੰ ਮੈਂ ਮੋਜ ਐਸੀ। ਕਹਿੰਦੇ ਰਾਜਾ ਬਲ ਬੜਾ ਦਾਨੀ ਸੀ, ਰਾਜਾ ਬੇਣ ਬੜਾ ਬਦਾਨੀ ਸੀ, ਰਾਜਾ ਬਿਕਰਮਾਦੱਤ, ਰਾਜਾ ਭੋਜ, ਉਹਨਾਂ ਵਿੱਚ ਵੀ ਇਹੋ ਜੀ ਮੌਜ ਨਹੀਂ ਸੀ। ਜਾਂ ਕੀ ਏਕ ਮੌਜ ਨਵ ਰੋਜ ਪਾਤਸ਼ਾਹ ਕੀ। ਉਹਨਾਂ ਦੀ ਤਾਂ ਸਾਲ ਵਿੱਚ ਇੱਕ ਵਾਰੀ ਮੌਜ ਆਉਂਦੀ ਸੀ, ਜਿਸ ਦਿਨ ਉਹਨਾਂ ਨੂੰ ਤਖਤ ਮਿਲਿਆ। ਜਦੋਂ ਗੱਦੀ ਨਸ਼ੀਨ ਹੁੰਦੇ ਨੇ ਰਾਜੇ, ਉਸ ਦਿਨ ਉਹ ਦਾਨ ਕਰਦੇ ਵੀ ਅਗਲੇ ਦਿਨ ਸਾਨੂੰ ਰਾਜ ਮਿਲਿਆ ਸੀ। ਪਰ ਇੱਥੇ ਤਾਂ ਸਤਿਗੁਰਾਂ ਦੇ ਰੋਜ਼ ਹੀ ਨਵੀਂ ਪਾਤਸ਼ਾਹੀ ਹੈ। ਇੱਥੇ ਤਾਂ ਮਾਨੋ ਰੋਜ਼ ਹੀ ਮਹਾਰਾਜ ਜੀ ਨਵੇਂ ਪਾਤਸ਼ਾਹ ਬਣ ਕੇ ਰੋਜ਼ ਹੀ ਰਾਜ ਤਖਤ ਤੇ ਨਵੇਂ ਬਹਿੰਦੇ ਆ। ਉਹ ਤਾਂ ਸਾਲ ਬਾਅਦ ਸਾਲਗਿਰਾ ਬਣਾਉਂਦੇ ਆ ਨਾ ਆਪਣੇ ਤਖਤ ਤੇ ਬੈਠਣ ਦੀ। ਇੱਕ ਸਾਲ ਸਾਡਾ ਪੂਰਾ ਹੋ ਗਿਆ, ਫਿਰ ਉਹ ਦਾਨ ਕਰਦੇ ਆ ਰਾਜੇ ਭੋਜ ਵਰਗੇ, ਬੇਣ ਵਰਗੇ। ਪਰ ਇੱਥੇ ਤਾਂ ਨਵ ਰੋਜ਼ ਹੀ ਨਵੀਂ ਪਾਤਸ਼ਾਹੀ ਹੈ ਮਹਾਰਾਜ ਜੀ ਦੀ। ਜਦੋਂ ਬਹਿੰਦੇ ਆ ਉਦੋਂ ਹੀ ਦਾਨ ਦੇ ਪਟਾਰੇ ਖੋਲ ਦਿੰਦੇ ਆ। ਇਹੋ ਜਿਹੇ ਦਾਨੀ ਨੇ ਸਤਿਗੁਰੂ ਜੀ। ਕਬਿਤ ਰਾਵਣ ਤੇ ਛੀਨ ਦਈ ਬਖਸ਼ ਵਿਭੀਖਣ ਕੋ। ਰਾਵਣ ਕੋਲੋਂ ਖੋ ਕੇ
ਤ੍ਰੇਤੇ ਯੁੱਗ ਦੇ ਅਵਤਾਰ ਨੇ ਲੰਕਾ ਦਾ ਰਾਜ ਵਿਭੀਸ਼ਣ ਨੂੰ ਦੇ ਦਿੱਤਾ। ਪਾਵਨ ਹੋਏ ਬਾਂਧਿਓ ਬਲ ਜਬ ਤੁਮ ਚਾਹੀ ਹੈ। ਤੇ ਜਦੋਂ ਦਿਲ ਕੀਤਾ ਤੇ 52 ਰੂਪ ਹੋ ਕੇ ਰਾਜੇ ਬਲੀ ਨੂੰ ਬੰਨ ਲਿਆ। ਜਦੋਂ ਕਿਹਾ ਨਾ ਵੀ ਮੈਨੂੰ 2.5 ਕਰੂ ਜ਼ਮੀਨ ਚਾਹੀਦੀ ਹੈ, 2.5 ਕਰਮ, ਤਾਂ ਰਾਜੇ ਬਲ ਨੂੰ ਉਸ ਵੇਲੇ ਬੰਨ ਲਿਆ ਦਾਨ ਲੈਣ ਦੇ ਬਹਾਨੇ। ਕਬ ਚਾਰ ਮੁਖ ਰਚਿਓ ਥੰਬ ਬੀਚ ਨਰ ਸਿੰਘ। ਭਲਾ ਦੱਸੋ ਬ੍ਰਹਮਾ ਜੀ ਨੇ ਜਿਹੜਾ ਉਹ ਥੰਮ ਸੀ ਉਹਦੇ ਵਿੱਚ ਨਰ ਸਿੰਘ ਰਚਿਆ ਸੀ? ਨਰ ਸਿੰਘ ਤਾਂ ਨਹੀਂ ਸੀ ਰਚਿਆ, ਬ੍ਰਹਮਾ ਨੇ ਤੇ ਨਹੀਂ ਰਚਿਆ। ਬ੍ਰਹਮਾ ਨੇ ਤਾਂ ਥੰਮ ਬਣਾਇਆ ਹੋਣਾ ਮੰਨ ਲਓ, ਪਰ ਉਹਦੇ ਵਿੱਚ ਨਰ ਸਿੰਘ ਦੀ ਰਚਨਾ ਤਾਂ ਨਹੀਂ ਸੀ ਕੀਤੀ। ਦੱਸੋ ਭਲਾ, ਸਵਾਲ ਕਰਦੇ ਆ, ਭਲਾ ਦੱਸੋ ਉੱਥੇ ਕਿਹਨੇ ਰਚ ਦਿੱਤਾ ਨਰ ਸਿੰਘ ਨੂੰ ਥੰਮ ਦੇ ਵਿੱਚ? ਪ੍ਰਹਿਲਾਦ ਜੂ ਕੀ ਪੈਜ ਪੂਰਨ ਨਿਭਾਹੀ ਹੈ। ਪਰ ਆਪਣੇ ਭਗਤ ਪ੍ਰਹਿਲਾਦ ਦੀ ਪੈਜ ਰੱਖਣੀ ਸੀ। ਵਾਹਿਗੁਰੂ ਨੇ ਆਪਣੀ ਰਚਨਾ ਖੁਦ ਆਪ ਨਰ ਸਿੰਘ ਰੂਪ ਹੋ ਕੇ ਕਰ ਲਈ। ਸਤਿ ਸ੍ਰੀ ਅਕਾਲ। ਪ੍ਰਹਿਲਾਦ ਜੋ ਕੀ ਪੈਜ ਪੂਰਨ ਨਿਭਾਈ, ਭਗਤ ਪ੍ਰਹਿਲਾਦ ਦੀ ਪੈਜ ਪੂਰਨ ਕਰਕੇ ਨਿਭਾਈ। ਗੁਰੂ ਜੀ ਗੋਬਿੰਦ ਰਾਏ ਚਾਹੋ ਤੁਮ ਸੋਈ ਕਰੋ। ਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤੁਸੀਂ ਜੋ ਚਾਹੇ ਮਰਜ਼ੀ ਕਰ ਸਕਦੇ ਹੋ। ਤੁਹਾਨੂੰ ਕਿਸੇ ਕੋਲੋਂ ਅਥਾਰਟੀ ਨਹੀਂ ਲੈਣੀ ਪੈਂਦੀ, ਕਿਸੇ ਕੋਲੋਂ ਪੁੱਛਣਾ ਨਹੀਂ ਪੈਂਦਾ, ਕਿਉਂਕਿ ਆਪ ਹੀ ਕਰਤਾ ਹੋ। ਉੱਥੇ ਬ੍ਰਹਮਾ ਨੇ ਜਿਵੇਂ ਕਹਿੰਦੇ ਆਪ ਤਾਂ ਨਹੀਂ ਸੀ ਰਚਿਆ, ਉਹਦਾ ਆਪਣਾ ਆਪ ਹੀ ਬਣਾ ਲਿਆ। ਇਸੇ ਤਰ੍ਹਾਂ ਮਹਾਰਾਜ ਤੁਸੀਂ ਸੁਤੰਤਰ ਹੋ, ਆਪ ਪਰਮੇਸ਼ਵਰ ਹੋ, ਤੁਸੀਂ ਜੋ ਚਾਹੋ ਸੋਈ ਕਰਦੇ ਹੋ। ਬੂਝ ਦੇਖੋ ਵੇਦ ਇਸ ਬਾਤ ਕੋ ਉਗਾਹੀ ਹੈ। ਕਹਿੰਦੇ ਜੇ ਮੇਰੇ ਤੇ ਯਕੀਨ ਨਹੀਂ, ਵੇਦਾਂ ਕੋਲੋਂ ਪੁੱਛ ਲਓ ਵੀ ਰੱਬ ਨੂੰ ਕਿਸੇ ਕੋਲੋਂ ਪੁੱਛ ਕੇ ਕਰਨਾ ਪੈਂਦਾ ਕੁਝ। ਕਹਿੰਦੇ ਵੇਦ ਵੀ ਉਗਾਹੀ ਦੇਣਗੇ, ਉਹ ਵੀ ਗਵਾਹੀ ਦੇਣਗੇ ਕਿ ਰੱਬ ਨੂੰ ਆਪਣੀ ਮਰਜ਼ੀ ਨਾਲ ਉਹ ਆਪ ਆਪਣੀ ਮਰਜ਼ੀ ਨਾਲ ਚੱਲਦਾ, ਉਹਨੂੰ ਕਿਸੇ ਕੋਲੋਂ ਪੁੱਛ ਕੇ ਨਹੀਂ ਕੁਝ ਕਰਨਾ ਪੈਂਦਾ। ਇਸ ਗੱਲ ਦੀ ਗਵਾਹੀ ਵੇਦ ਵੀ ਦੇਣਗੇ। ਔਰ ਪਾਤਸ਼ਾਹੀ ਸਭ ਲੋਕਨ ਕੋ ਪਾਤਸ਼ਾਹ। ਮਹਾਰਾਜ ਹੋਰ ਜਿੰਨੀਆਂ ਪਾਤਸ਼ਾਹੀਆਂ ਨੇ ਸੰਸਾਰ ਦੇ ਲੋਕਾਂ ਦੇ, ਰਾਜਿਆਂ ਬਾਦਸ਼ਾਹਾਂ ਦੀਆਂ, ਉਹਨਾਂ ਦੀਆਂ ਪਾਤਸ਼ਾਹੀਆਂ ਕੇਵਲ ਸੰਸਾਰ ਦੇ ਲੋਕਾਂ ਤੱਕ ਹਨ। ਪਾਤਸ਼ਾਹੋ ਪਰ ਸਾਚੀ ਤੇਰੀ ਪਾਤਸ਼ਾਹੀ ਹੈ। ਦੁਨੀਆਂ ਦੇ ਉਹ ਵੱਡੇ ਵੱਡੇ ਪਾਤਸ਼ਾਹਾਂ ਦੇ ਉੱਤੇ, ਹੇ ਸੱਚੇ ਪਾਤਸ਼ਾਹ ਤੁਹਾਡੀ ਪਾਤਸ਼ਾਹੀ ਸੱਚੀ ਪਾਤਸ਼ਾਹੀ ਹੈ। ਦੁਨੀਆਂ ਦੇ ਲੋਕਾਂ ਦੇ ਉੱਤੇ ਪਾਤਸ਼ਾਹ ਬੜੇ ਨੇ, ਪਰ ਉਹਨਾਂ ਪਾਤਸ਼ਾਹਾਂ ਦੇ ਉੱਤੇ ਤੁਹਾਡੀ ਸੱਚੀ ਪਾਤਸ਼ਾਹੀ ਹੈ। ਤੁਸੀਂ ਪਾਤਸ਼ਾਹਾਂ ਪਾਤਸ਼ਾਹ ਹੋ, ਸੱਚੀ ਪਾਤਸ਼ਾਹੀ ਦੇ ਮਾਲਕ ਹੋ। ਕਬਿਤ ਭਾਵੇਂ ਜਾਏ ਤੀਰਥ ਪ੍ਰਮਤ ਸੇਤ ਬੰਦ ਹੂੰ ਲੋ। ਕਹਿੰਦੇ ਭਾਵੇਂ ਕੋਈ ਤੀਰਥ ਚਲਾ ਜਾਏ ਭਰਮੇ, ਔਰ ਚਿੱਟੇ ਰੰਗ ਦੀ ਧੋਤੀ ਬੰਨ ਲਵੇ। ਭਾਵੇਂ ਜਾਏ ਕੰਦਰਾ ਮੈਂ ਕੰਦ ਮੂਲ ਖਾਈਏ। ਤੇ ਭਾਵੇਂ ਕਿਸੇ ਕੰਦਰਾ ਵਿੱਚ ਜਾ ਕੇ ਕੰਦ ਮੂਲ ਖਾ ਕੇ ਗੁਜ਼ਾਰਾ ਕਰਨ ਲੱਗ ਪਵੇ। ਭਾਵੇਂ ਦੇਹ ਦਵਾਰ ਕਾਦ ਗਦ ਕਰੇ ਛਾਪੇ ਲਾਏ। ਭਾਵੇਂ ਆਪਣੇ ਸਰੀਰ ਤੇ ਕੋਈ ਛਾਪੇ ਲਵਾ ਕੇ ਦਵਾਰਕਾ ਚ ਆਪਣੇ ਸਰੀਰ ਨੂੰ ਸਾੜਦਾ ਫਿਰੇ। ਭਾਵੇਂ ਕਾਸ਼ੀ ਮਾਹੇ ਜਾਏ ਜੁਗ ਲੋ ਬਸਾਈਏ। ਤੇ ਭਾਵੇਂ ਕੋਈ ਜੁਗਾਂ ਤਾਈਂ ਕਾਸ਼ੀ ਵਿੱਚ ਜਾ ਕੇ ਵਸ ਜਾਵੇ। ਭਾਵੇਂ ਪੂਜੋ ਦੇਹੁਰੇ ਦਿਵਾਲੇ ਸਭ ਜਗ ਹੂੰ ਕੇ। ਭਾਵੇਂ ਕੋਈ ਸੰਸਾਰ ਦੇ ਸਾਰੇ ਸ਼ਿਵ ਦਿਵਾਲਿਆਂ ਦਿਉਰਿਆਂ ਨੂੰ ਜਾ ਕੇ ਪੂਜਦਾ ਫਿਰੇ। ਭਾਵੇਂ ਖੱਟ ਦਰਸ਼ਨ ਕੇ ਭੇਖ ਮੈਂ ਫਿਰਾਈਏ। ਤੇ ਭਾਵੇਂ ਕੋਈ 6 ਦਰਸ਼ਨਾਂ ਦੇ ਭੇਖਾਂ ਦੇ ਵਿੱਚ ਆਪਣੇ ਆਪ ਨੂੰ ਫੇਰਦਾ ਫਿਰੇ। ਜੋ ਤੂੰ ਚਾਹੇ ਮਨਸਾ ਕੋ ਮੰਗਲ ਤੁਰਤ ਫਲ। ਕਵੀ ਮੰਗਲ ਜੀ ਕਹਿੰਦੇ ਵੀ ਉਹ ਉੱਪਰਲੇ ਜਿੰਨੇ ਸਾਧਨ ਉੱਪਰਲੇ ਦੱਸੇ ਨੇ, ਪਿੱਛੇ ਗਿਣੇ ਨੇ, ਕਹਿੰਦੇ ਉਹਨਾਂ ਨੂੰ ਕਰਨ ਤੋਂ ਬਾਅਦ ਖਬਰੇ ਤੇਰੀ ਆਸਾ ਮਨਸਾ ਪੂਰੀ ਹੋਵੇ ਕਿ ਨਾ ਹੋਵੇ, ਪਰ ਜੇ ਤੂੰ ਚਾਹੁੰਨਾ, ਕਵੀ ਮੰਗਲ ਜੀ ਕਹਿੰਦੇ ਆ, ਕਹਿੰਦੇ ਜੇ ਤੂੰ ਚਾਹੁੰਨਾ ਕਿ ਤੇਰੀ ਮਨਸਾ ਦਾ ਫਲ ਤੈਨੂੰ ਨਾਲ ਨਾਲ ਤੁਰਤ ਫੁਰਤ ਹੀ ਮਿਲ ਜਾਏ, ਉੱਥੇ ਤਾਂ ਯੁੱਗਾਂ ਤਾਈਂ ਵਸਣਾ ਪੈਣਾ, ਯੁੱਗਾਂ ਤਾਈਂ ਕੰਦਰਾਵਾਂ ਦੇ ਵਿੱਚ ਰਹਿ ਕੇ ਕੰਦ ਮੂਲ ਖਾਣੇ ਪੈਣੇ ਆ, ਫਿਰ ਜਾ ਕੇ ਪਤਾ ਨਹੀਂ ਕਿੰਨੇ ਵਰੇ ਬੀਤਣ, ਖਬਰੇ ਫਿਰ ਵੀ ਉਹ ਆਸ ਪੂਰੀ ਹੋਵੇ ਕਿ ਨਾ ਹੋਵੇ ਜਿਸ ਨੂੰ ਲੈ ਕੇ ਟੁਰਿਆ ਸਾਂ।
ਪਰ ਜੇ ਤੂੰ ਚਾਹੁੰਨਾ, ਮੰਗਲ ਕਵੀ ਜੀ ਕਹਿੰਦੇ ਵੀ ਤੇਰੀ ਮਨਸਾ ਤੂੰ ਆਪਣੇ ਹਿਰਦੇ 'ਚ ਕੀਤੀ ਆ ਤੇ ਤੈਨੂੰ ਤਾਤਕਾਲ ਪ੍ਰਾਪਤ ਹੋਵੇ। ਗੋਬਿੰਦ ਗੁਰੂ ਕੀ ਏਕ ਮੌਜ ਮੈਂ ਹੂੰ ਪਾਈਏ। ਕਹਿੰਦੇ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਰਨ 'ਚ ਆ ਜਾ। ਜਦੋਂ ਸਤਿਗੁਰੂ ਜੀ ਮੌਜ ਵਿੱਚ ਆਉਂਦੇ ਨੇ ਤੇ ਇੱਕ ਅੱਖ ਦੇ ਫੋਰ ਵਿੱਚ ਮਨਸਾ ਪੂਰੀ ਕਰ ਦਿੰਦੇ ਆ। ਸਤਿ ਸ੍ਰੀ ਅਕਾਲ। ਬਸ ਇੱਕ ਮੌਜ ਵਿੱਚ ਹੀ, ਜਿਹੜਾ ਜੁਗਾਂ ਤਾਈਂ ਕਾਸ਼ੀ 'ਚ ਵਸਣ ਨਾਲ ਨਹੀਂ ਪ੍ਰਾਪਤ ਹੋਇਆ, ਜੁਗਾਂ ਤਾਈਂ ਪਹਾੜਾਂ ਦੀਆਂ ਕੰਦਰਾਵਾਂ ਵਿੱਚ ਰਹਿ ਕੇ ਪ੍ਰਾਪਤ ਨਹੀਂ ਹੋਇਆ, ਜੁਗਾਂ ਤਾਈਂ 6 ਭੇਖਾਂ ਵਿੱਚ ਫਿਰ ਕੇ ਵੀ ਕਹਿੰਦੇ ਪ੍ਰਾਪਤ ਨਹੀਂ ਹੋਇਆ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਰਨ 'ਚ ਆ ਕੇ ਉਹਨਾਂ ਦੀ ਇੱਕ ਮੌਜ ਦੀ ਕਿਰਪਾ ਦ੍ਰਿਸ਼ਟੀ ਨਾਲ ਹੀ ਪ੍ਰਾਪਤ ਹੋ ਗਿਆ। ਏਡੇ ਵੱਡੇ ਦਿਆਲੂ ਨੇ ਕਵੀ ਮੰਗਲ ਜੀ ਕਹਿੰਦੇ, ਕਲਗੀਆਂ ਵਾਲੇ ਸੁਆਮੀ ਜੀ, ਸਮੁੰਦਰ ਦੇ ਵਾਰ ਪਾਰ ਵਿੱਚ ਮਹੀ ਮੰਡਲ ਦੇ। ਕਹਿੰਦੇ ਸਮੁੰਦਰ ਦਾ ਵਾਰ ਪਾਰ ਵੇਖੀਏ ਇਸ ਮਹਿ ਮੰਡਲ ਦੇ ਵਿੱਚ, ਜੈਂਦਾ ਜਸ ਦੇਸ਼ ਦੇਸ਼ ਸਭੇ ਲੋਕ ਗਾਵਦੇ। ਸਮੁੰਦਰ ਦੇ ਪਾਰ ਔਰ ਆਰ ਤਾਈਂ ਜਿਤਨੀ ਧਰਤੀ ਹੈ ਵਿੱਚ, ਸਾਰੇ ਪਾਸੇ ਕਲਗੀਆਂ ਵਾਲੇ ਪਾਤਸ਼ਾਹ ਦਾ ਜਸ ਹੈ। ਜਸ ਦੇਸ਼ ਸਭੇ ਲੋਕ ਗਾਵਦੇ, ਮਹਾਰਾਜ ਜੀ ਦਾ ਜਸ। ਜੈਂਦਾ ਜਸ ਦੇਸ਼ ਦੇਸ਼ ਸਭੇ ਲੋਕ ਗਾਵਦੇ, ਜੈਂਦਾ ਜਿਨ੍ਹਾਂ ਦਾ ਜਸ ਸਾਰਿਆਂ ਦੇਸ਼ਾਂ ਵਿੱਚ ਸਾਰੇ ਹੀ ਲੋਕ ਗਾਵਦੇ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੋਭਾ ਨੂੰ, ਮਹਾਰਾਜ ਜੀ ਦੀਆਂ ਵਡਿਆਈਆਂ ਨੂੰ। ਬੰਗ ਕੇ ਬੰਗਾਲੀ ਫਿਰੰਗ ਕੇ ਫਿਰੰਗਾ ਵਾਲੀ, दिल्ली के दिल वाली तेरी आज्ञा में चलत है। ये सारी महाराज जी का जस गाउदे, सारे गोखा गुन गावे, चीन मचीन के शीस न्यावे, तिब्बती ते आवे, दुख देह को दलत है। महाराज जिथे जिथे वेखिए, ਜੈਂਦਾ ਜਸ ਦੇਸ਼ ਦੇਸ਼ ਸਭੇ ਲੋਕ ਗਾਵਦੇ, ਜਿਨ੍ਹਾਂ ਦਾ ਜਸ ਦੇਸ਼ਾਂ ਦੇਸ਼ਾਂ 'ਚ ਸਾਰੇ ਲੋਕ ਗਾਵਦੇ ਹਨ। ਸੇਵਦੇ ਭਿਖਾਰੀ ਸੇਈ ਹੁੰਦੇ ਨੀ ਹਜ਼ਾਰੀ ਹੁਣ। ਜਿਹੜੇ ਭਿਖਾਰੀ ਆਏ ਸਨ ਸੇਵਣ, ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਮਹਾਰਾਜ ਜੀ ਦੀ ਸੇਵਾ ਕਰਨ, ਜਿਹੜੇ ਭਿਖਾਰੀ ਹੋ ਕੇ ਆਏ ਸਨ, ਕਹਿੰਦੇ ਉਹ ਭਿਖਾਰੀ ਵੀ ਹੁਣ ਹਜ਼ਾਰੀ ਹੋ ਗਏ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਭਿਖਾਰੀ ਨਹੀਂ ਰਹੇ। ਜਦੋਂ ਸਾਹਿਬ ਨੇ ਆਖਿਆ ਨਾ, ਇਨ ਗਰੀਬ ਸਿੱਖਨ ਕੋ ਦਹਿਓ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ, जिन की जात कुल के माही, सिरदारी भी नहीं कदाही, इन्हीं को सरदार बनाओ, तब गोबिंद सिंह नाम कहा। ਕਹਿੰਦੇ ਜਿਹੜੇ ਗਰੀਬ ਆਏ ਸਨ ਮਹਾਰਾਜ ਜੀ ਦੀ ਸ਼ਰਨ ਵਿੱਚ, ਉਹ ਵੀ ਕਹਿੰਦੇ ਹਜ਼ਾਰੀ ਹੋ ਗਏ, ਯਾਨੀ ਕਿ ਰਾਜੇ ਹੋ ਗਏ, ਬਾਦਸ਼ਾਹ ਹੋ ਗਏ। ਵਾਰੀ ਵਾਰੀ ਪੜ ਕੇ ਕਬਿਤ ਨਹੀਂ ਸੁਣਾਵਦੇ। ਕਵੀ ਮੰਗਲ ਜੀ ਕਹਿੰਦੇ ਮੇਰੇ ਵਰਗੇ ਭਿਖਾਰੀ ਸੀ, ਰੋਟੀ ਨਹੀਂ ਸੀ ਪੱਕਦੀ ਘਰ 'ਚ, ਅਸੀਂ ਹਜ਼ਾਰੀ ਹੋ ਗਏ ਆ ਕੇ ਗੁਰੂ ਚਰਨਾਂ 'ਚ। ਕਦੋਂ? ਜਦੋਂ ਕਬਿਤ ਵਾਰੀ ਵਾਰੀ ਆ ਕੇ ਪੜ ਕੇ ਸੁਣਾਉਣੇ। ਵਾਰੀ ਵਾਰੀ ਪੜ ਕੇ ਕਬਿਤ ਨਹੀਂ ਸੁਣਾਵਦੇ, ਵਾਰੀ ਵਾਰੀ, ਕਿਉਂਕਿ 52 ਕਵੀ ਸਨ, ਵਾਰੀ ਵਾਰੀ ਕਵਿਤ ਬਣਾ ਕੇ ਪੜ ਕੇ ਮਹਾਰਾਜ ਜੀ ਨੂੰ ਸੁਣਾਵਦੇ ਹਨ। ਚਾਰੋਂ ਹੀ ਬਰਨ ਖਟ ਦਰਸ਼ਨ ਜੈ ਦੇ ਦਵਾਰ। ਚਾਰਾਂ ਹੀ ਵਰਣਾਂ ਦੇ 6 ਦਰਸ਼ਨਾਂ ਦੇ ਭੇਖਾਂ ਦੇ ਲੋਕ ਜਿਨ੍ਹਾਂ ਦੇ ਦੁਆਰ ਤੇ ਆ ਕੇ ਮੰਗਲ ਸੋ ਕਬ ਮਨ ਇੱਛਾ ਫਲ ਪਾਵਦੇ। ਮੰਗਲ ਕਵੀ ਜੀ ਕਹਿੰਦੇ ਆ ਜਦੋਂ ਸਤਿਗੁਰਾਂ ਦੀ ਸ਼ਰਨ ਚ ਆਉਂਦੇ ਆ ਉਹਨਾਂ ਨੂੰ ਮਨ ਇੱਛਤ ਫਲ ਪ੍ਰਾਪਤ ਹੋ ਜਾਂਦੇ ਹਨ। ਵੇਖੀ ਬਲ ਵਾਂਗੂ ਕੋਈ ਛਲੀ ਗੁਰੂ ਗੋਬਿੰਦ ਜੀ। ਕਵੀ ਮੰਗਲ ਜੀ ਮਹਾਰਾਜ ਜੀ ਨੂੰ ਕਹਿੰਦੇ ਵੇਖਿਓ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਾਜੇ ਬਲ ਵਾਂਗੂ ਛਲੇ ਨਾ ਜਾਇਓ। ਕੋਈ ਆਖੇ ਵੀ ਗੁਰੂ ਸਾਹਿਬ ਨੂੰ ਛੱਡ ਸਕਦਾ ਭਲਾ ਕੋਈ? ਇਹ ਤਾਂ ਕਵੀ ਜੀ ਨੇ ਗਲਤ ਪ੍ਰਮਾਣ ਦੇ ਦਿੱਤਾ। ਪਰ ਉਦਾਹਰਣ ਦਾ ਜਿਵੇਂ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਵੀ ਇੱਕ ਪੱਖ ਹੁੰਦਾ, ਕਿਉਂਕਿ ਰਾਜੇ ਬਲ ਨੂੰ 52 ਮੰਗਣ ਆਇਆ ਸੀ, ਉਹਨੇ ਛੱਡ ਲਿਆ ਸੀ ਨਾ, ਨਿਗਾਹ ਜਾਂ ਕੱਦ ਬੌਣਾ ਜਾਂ ਬਣਾ ਕੇ ਆਇਆ,
ਕਹਿੰਦਾ 2.5 ਕਰੂ ਜ਼ਮੀਨ ਚਾਹੀਦੀ ਹੈ। ਜਦੋਂ ਕਿਹਾ ਵੀ ਮਿਲ ਲੈ, ਮਿਲਣ ਲੱਗਾ ਤੇ ਫਿਰ ਤਰਲੋਕੀ ਮਿਣ ਦਿੱਤੀ, ਐਡਾ ਵੱਡਾ ਖਾਰ ਬਣਾ ਲਿਆ। ਮਹਾਰਾਜ ਤੁਸੀਂ ਤਾਂ ਵੇਖਦੇ ਹੀ ਨਹੀਂ, ਜਿਹੜਾ ਆਉਂਦਾ ਦਾਨ ਦੇਈ ਜਾਂਦੇ ਹੋ। ਕਿਤੇ ਵੇਖਿਓ ਕਿਤੇ ਰਾਜੇ ਬਲ ਵਾਂਗੂ ਛਲੇ ਨਾ ਜਾਇਓ। ਮਹਾਰਾਜ ਤੁਸੀਂ ਦਿਆਲੂ ਬੜੇ ਹੋ, ਕਿਉਂਕਿ ਉੱਥੇ ਤਾਂ ਇੱਕ ਮੰਗਣ ਆਇਆ ਸੀ 52 ਰਾਜੇ ਬਲ ਕੋਲੋਂ, ਪਰ ਤੁਹਾਡੇ ਪਾਸ ਅੱਗੇ ਦੱਸਦੇ ਨੇ ਇੱਕ ਲੈ ਲੈ ਜਾਂਦੇ ਇੱਕ ਲੇਵਣੇ ਨੂੰ ਆਵਦੇ। ਉੱਥੇ ਤਾਂ ਇੱਕ ਆਇਆ ਸੀ 52 ਕੱਲਾ ਮੰਗਣ। ਮਹਾਰਾਜ ਤੁਹਾਡੇ ਕੋਲ ਤਾਂ ਇੱਕ ਲੈਣ ਆਉਂਦੇ ਨੇ ਤੇ ਇੱਕ ਲੈ ਕੇ ਜਾਂਦੇ ਹੁੰਦੇ ਨੇ। ਇੱਕ ਹਾਲੇ ਲੈ ਕੇ ਬਾਹਰ ਨਿਕਲਦਾ ਹੀ ਹੈ ਤੇ ਦੂਜਾ ਆ ਜਾਂਦਾ, ਦੂਜਾ ਜਾਂਦਾ ਤੇ ਤੀਜਾ ਆ ਜਾਂਦਾ। ਮਹਾਰਾਜ ਤੁਹਾਡੇ ਤੇ ਇੱਥੇ ਲੈਣਾ ਲੱਗੀਆਂ ਹੋਈਆਂ ਨੇ ਮੰਗਣ ਵਾਲਿਆਂ ਦੀਆਂ। ਵੇਖਿਓ ਕਿਤੇ ਰਾਜੇ ਬਲ ਵਾਂਗੂ ਛਲੇ ਨਾ ਜਾਇਓ। ਇਹ ਕੇਵਲ ਉਦਾਹਰਣ ਹੈ। ਗੁਰਦੇਵ ਨੂੰ ਭਲਾ ਕੌਣ ਛਲ ਸਕਦਾ, ਉਹ ਤਾਂ ਅਛਲ ਹਨ। ਪਰ ਉਦਾਹਰਣ ਕਿ ਇਹ ਕਹਿਣ ਦਾ ਮਤਲਬ ਉਹਨਾਂ ਦੀ ਉਦਾਰਤਾ ਦੱਸਣੀ ਵੀ ਐਡੇ ਦਾਨੀ ਨੇ। ਇਤਨੀ ਉਦਾਰਤਾ ਹੈ ਮਹਾਰਾਜ ਜੀ ਦੇ ਪਾਸ। ਗੁਰਦੇਵ ਦੀ ਉਪਮਾ ਕਵੀ ਮੰਗਲ ਜੀ ਗਾ ਰਹੇ ਨੇ। ਅੱਗੇ ਹੋਰ ਕਵੀ ਵੀ ਸਤਿਗੁਰਾਂ ਦੀ ਸੋਭਾ ਕਥਨ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰਦੇਵ ਜੀ ਦਾ ਪਵਿੱਤਰ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ। ਹੈ ਪੁਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ। हे संतः क सदा संग धारा आधार। हे ठाकुर हो दासरो मैं निर्गुण गुण नहीं कोई। नानक दीज नाम दान राखो हिय परो। आए प्रभ शरणागति कृपा निध दयालु। एक अखर हर मन बस्त नानक होत निहाल। वाहिगुरु नाम जहाज है चढ़े सो उतरे पार। जो शरदा कर सेवंदे और पार उतारन हार। वाहिगुरु नाम जहाज है चढ़े सो उतरे पार। जो शरदा कर सेवंदे और पार उतारन हार। वाहिगुरु जी का खालसा वाहिगुरु जी की फतेह। साध संगत जी बेनती है, परसों 19 तरीक ਨੂੰ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ। ਮਘਰ ਸੁਦੀ ਪੰਚਮੀ ਦਾ ਦਿਨ ਹੈ। ਇਸ ਦੇ ਸਬੰਧ ਵਿੱਚ ਕੱਲ ਸਵੇਰੇ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਤੋਂ ਤਕਰੀਬਨ 10 ਵਜੇ ਨਗਰ ਕੀਰਤਨ ਆਰੰਭ ਹੋਣਗੇ। ਨਗਰ ਕੀਰਤਨ ਦੀ ਸਮਾਪਤੀ ਸ਼ਾਮ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਹੋਵੇਗੀ। ਰਾਤ ਨੂੰ ਦੀਵਾਨ ਸਜਣਗੇ, ਕਵੀ ਦਰਬਾਰ ਹੋਣਗੇ। 19 ਤਰੀਕ ਨੂੰ ਸਾਰਾ ਦਿਨ ਦੀਵਾਨ ਸਜਣਗੇ। ਸ਼ਾਮ ਨੂੰ 4 ਵਜੇ ਤੋਂ ਲੈ ਕੇ 11 ਵਜੇ ਤੱਕ ਕੀਰਤਨ ਦਰਬਾਰ ਹੋਣਗੇ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘ ਹਾਜ਼ਰੀਆਂ ਭਰਨਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਨਗਰ ਕੀਰਤਨ ਵਿੱਚ ਔਰ ਪਰਸੋਂ ਸ਼ਾਮ ਦੇ ਜੋ ਕੀਰਤਨ ਦਰਬਾਰ ਹਨ, ਕੀਰਤਨ ਦਰਬਾਰਾਂ ਵਿੱਚ ਆਪ ਜੀ ਨੇ ਪਰਿਵਾਰਾਂ ਸਮੇਤ ਵੱਧ ਚੜ ਕੇ ਹਾਜ਼ਰੀਆਂ ਭਰਨੀਆਂ। ਨੌਵੇਂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਆਪਣੀ ਸ਼ਰਧਾ ਸਤਿਕਾਰ ਭੇਟ ਕਰਨਾ ਹੈ। ਦੂਸਰੀ ਬੇਨਤੀ ਹੈ, ਮਾਤਾ ਗੁਜਰੀ ਜੀ ਸੇਵਾ ਸੁਸਾਇਟੀ ਵੱਲੋਂ ਜੋ ਛੋਟੇ ਸਾਹਿਬਜ਼ਾਦਿਆਂ ਦੇ ਔਰ ਵੱਡੇ ਸਾਹਿਬਜ਼ਾਦਿਆਂ ਦੇ ਮਾਤਾ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ
ਹਰ ਸਾਲ ਸੰਗਤ ਵੱਲੋਂ ਸੁਖਮਣੀ ਸਾਹਿਬ ਦੇ ਪਾਠ ਕੀਤੇ ਜਾਂਦੇ ਹਨ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸਰੋਵਰ ਦੀ ਪਰਿਕਰਮਾ ਵਿੱਚ ਦੁਪਹਿਰ ਨੂੰ 2 ਤੋਂ 3:30 ਵਜੇ ਤੱਕ, ਕੱਲ 18 ਤਰੀਕ ਤੋਂ 25 ਤਰੀਕ ਤੱਕ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਸੰਗਤੀ ਰੂਪ 'ਚ ਕੀਤੇ ਜਾਂਦੇ ਨੇ। ਜਿਹੜੀਆਂ ਸੰਗਤਾਂ ਹਾਜ਼ਰੀ ਭਰ ਸਕਦੀਆਂ ਨੇ 2 ਵਜੇ ਤੋਂ ਲੈ ਕੇ 3:30 ਵਜੇ ਤੱਕ ਦੁੱਖ ਨਿਵਾਰਨ ਸਾਹਿਬ ਦੀ ਪਰਿਕਰਮਾ, ਜੋ ਸਰੋਵਰ ਦੀ ਪਰਿਕਰਮਾ ਹੈ, ਸਰੋਵਰ ਸਾਹਿਬ ਦੀ ਪਰਿਕਰਮਾ ਵਿੱਚ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਕਰਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਆਪਣੀ ਸ਼ਰਧਾ ਸਤਿਕਾਰ ਭੇਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।